ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਦੇ, ਬਹੁਤ ਸਾਰੇ ਆਪਣੇ ਪਰਿਵਾਰਕ ਜੀਆਂ ਦੇ ਹੁਣ ਤੱਕ ਸੁਨੇਹੇ ਸਾਡੇ ਤਾਈਂ ਪਹੁੰਚੇ ਨੇ, ਜਿਹੜੇ ਕਿ ਤੁਹਾਡੇ ਮਾਤਾ ਜੀ ਦੇ ਹਾਲਤ ਨੂੰ ਲੈ ਕੇ ਬਹੁਤ ਸੋਚ ਰਹੇ ਨੇ। ਉਹ ਜਾਣਨਾ ਚਾਹੁੰਦੇ ਨੇ ਕਿ ਇਸ ਵੇਲੇ ਮਾਤਾ ਜੀ ਦੀ ਕੀ ਸਥਿਤੀ ਹੈ। ਸੋ ਮੈਂ ਚਾਹੁੰਦੀ ਹਾਂ ਉਹਦਾ ਜ਼ਰੂਰ ਵਿਸਥਾਰ ਦੇ ਦਿਓ। ਦੇਖੋ ਜੀ, ਮਾਤਾ ਜੀ ਹਾਲੇ ਵੀ ICU ਦੇ ਵਿੱਚ ਨੇ ਜੀ, ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਉਹ ਰੰਗ ਲੈ ਕੇ ਆਉਣ। ਬਹੁਤ ਸਾਰੇ ਸੱਜਣਾ ਨੇ, ਭੈਣਾਂ ਵੀਰਾਂ ਨੇ ਅਰਦਾਸਾਂ ਕੀਤੀਆਂ ਤੇ ਮੈਂ ਇਸ ਗੱਲ ਦੇ ਲਈ ਬਹੁਤ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦਾ। ਤੇ ਬੰਦੇ ਨੂੰ ਨਾ ਜਦੋਂ ਮੁਸੀਬਤ ਦੇ ਵਿੱਚ ਘਿਰਿਆ ਹੁੰਦਾ ਜੀ, ਅਹਿਸਾਸ ਉਹਨੂੰ ਉਦੋਂ ਹੁੰਦਾ ਹਰ ਗੱਲ ਦਾ, ਤੇ ਜਦੋਂ ਸੁੱਤੇ ਸਿੱਧ ਕੰਮ ਚੱਲ ਰਿਹਾ ਹੁੰਦਾ ਉਦੋਂ ਤਾਂ ਉਹਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਜੀ ਕਿ ਜੇਕਰ ਕੋਈ ਢਿੱਲਾ ਮੱਠਾ ਹੋ ਗਿਆ ਤੇ ਮੇਰੇ ਮਨ ਦੇ ਉੱਤੇ ਕੀ ਬੀਤੂਗੀ। ਪਰ ਜਦੋਂ ਤੁਸੀਂ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦੇ ਹੋ, ਅਸਲ ਸਥਿਤੀ ਤੁਹਾਨੂੰ ਉਦੋਂ ਪਤਾ ਲੱਗਦੀ ਹੈ। ਬਿਲਕੁਲ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੇ ਭੈਣਾਂ ਵੀਰਾਂ ਨੇ ਤੰਦਰੁਸਤੀ ਦੀ ਕਾਮਨਾ ਕੀਤੀ ਹੈ। ਵਿਜੇ ਅਬਰੋਲ ਸਾਹਿਬ ਜੀ, ਜਿਨ੍ਹਾਂ ਨੇ ਸਾਨੂੰ ਹਸਪਤਾਲ ਦੇ ਨੇੜੇ ਹੀ ਇਹ ਥਾਂ ਜਿਹੜੀ ਮੁਹੱਈਆ ਕਰਵਾਤੀ ਹੈ ਵੀ ਪ੍ਰੋਗਰਾਮ ਦੇ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ, ਤੁਸੀਂ ਇੱਥੇ ਕਰ ਲਓ। ਭਾਵੇਂ ਕਿ ਮੈਂ ਅੱਜ ਵੀ ਬੜਾ ਭਾਵੁਕ ਹਾਂ, ਇਸ ਵੇਲੇ ਕੰਮ ਕਰਨਾ ਔਖਾ, ਪਰ ਫਿਰ ਵੀ ਠੀਕ ਆ। ਬਿਲਕੁਲ, ਅਸੀਂ ਤੁਹਾਡੀ ਭਾਵੁਕਤਾ ਨੂੰ ਸਮਝ ਸਕਦੇ ਹਾਂ ਕਿ ਕੀ ਬੀਤ ਰਹੀ ਹੋਏਗੀ ਤੁਹਾਡੇ ਉੱਪਰ, ਪਰ ਫਿਰ ਵੀ ਮੈਂ ਇਹੀ ਤੁਹਾਨੂੰ ਕਹੂੰਗੀ ਕਿ ਹੌਸਲਾ ਹੈ ਤਾਂ ਸਭ ਕੁਝ ਹੈ। ਇਸ ਹੌਸਲੇ ਦੇ ਅੱਗੇ ਹਮੇਸ਼ਾ ਜਿੱਤ ਹੁੰਦੀ ਹੈ ਔਰ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਮਾਤਾ ਜੀ ਜਲਦੀ ਸਿਹਤਯਾਬ ਹੋ ਕੇ ਤੇ ਆਪਣੇ ਘਰ ਆਉਣਗੇ, ਇਸ ਚੀਜ਼ ਦਾ ਪੂਰਨ ਤੌਰ ਤੇ ਵਿਸ਼ਵਾਸ ਹੈ ਮੈਨੂੰ। ਮਿਹਰਬਾਨੀ ਜੀ, ਮਿਹਰਬਾਨੀ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਪ੍ਰੋਗਰਾਮ ਕਰਨਾ ਪਏਗਾ ਕਿਉਂਕਿ ਕੰਮ ਹੈ, ਹਾਲਾਤ ਜੋ ਮਰਜ਼ੀ ਹੋਣ, ਪਰ ਫਿਰ ਵੀ ਹਰ ਰੋਜ਼ ਤੁਹਾਡੇ ਤੱਕ ਜੋ ਜਾਣਕਾਰੀ ਹੈ ਉਹ ਪਹੁੰਚਾਉਣੀ ਸਾਡਾ ਫਰਜ਼ ਹੈ ਤੇ ਅਸੀਂ ਉਹ ਜ਼ਰੂਰ ਕੰਮ ਕਰ ਰਹੇ ਹਾਂ। ਤੇ ਟਾਣਾ ਸਾਹਿਬ, ਮੈਂ ਚਾਹੁੰਦੀ ਹਾਂ ਕਿ ਮੌਸਮ ਦੀ ਹਾਲ ਬਿਆਨੀ ਪਹਿਲਾਂ ਕਰੀਏ। ਦੇਖੋ, ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਜੀ ਉਹ ਕਾਫੀ ਕਰਵਟ ਬਦਲ ਗਿਆ ਜੀ। ਤੇ ਮੈਂ ਹੁਣੇ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਲਾਹੌਲ ਸਪੀਤੀ ਦੇ ਵੱਲ ਹਿਮਾਚਲ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ 1 ਤੋਂ ਲੈ ਕੇ 1.5 ਫੁੱਟ ਤੱਕ ਬਰਫ਼ਬਾਰੀ ਹੈ ਜਿਹੜੀ ਹੋ ਗਈ ਹੈ, ਜਿਹਦੇ ਕਰਕੇ ਮੈਦਾਨੀ ਖੇਤਰਾਂ ਦੇ ਵਿੱਚ ਵੀ ਉਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਅਸਰ ਪਿਆ। ਤੇ ਹੁਣ ਰਾਤਾਂ ਹੋਰ ਠਰ ਗਈਆਂ ਪੰਜਾਬ ਦੇ ਵਿੱਚ। ਸੋ ਰਾਤ ਨੂੰ ਹੁਣ ਕੰਬਲ ਤੇ ਰਜਾਈ ਵਾਲਾ ਮੌਕਾ ਹੁੰਦਾ ਤੇ ਦਿਨ ਦੇ ਵੇਲੇ ਵੀ ਜਿਹੜੀ ਕੋਸੀ ਧੁੱਪ ਨਿਕਲਦੀ ਹੈ, ਯਾਨੀ ਕਿ ਜਿਵੇਂ ਸਿਆਣੇ ਕਹਿੰਦੇ ਹੁੰਦੇ, ਮੈਂ ਪਿਛਲੇ ਦਿਨੀ ਵੀ ਕਿਹਾ ਸੀ, ਠੰਡ ਆਉਂਦੀ ਜਾਂ ਜਾਂਦੀ ਮਾਰਦੀ ਹੈ, ਇਸ ਕਰਕੇ ਬਚਾਅ ਦੇ ਵਿੱਚ ਬਚਾਅ। ਬਿਲਕੁਲ ਸਹੀ। ਤੇ ਇਸ ਵੇਲੇ ਖਾਸ ਤੌਰ ਤੇ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ, ਉਹਨਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਿਮਾਰ ਵੀ ਹੋ ਰਹੇ ਨੇ ਇਸ ਮੌਸਮ ਦਾ ਕਰਕੇ। ਕਿਉਂਕਿ ਸਮਝ ਨਹੀਂ ਆਉਂਦਾ ਨਾ, ਜਦੋਂ ਤੁਸੀਂ ਕੁਝ ਮੋਟੇ ਕੱਪੜੇ ਪਾ ਲੈਂਦੇ ਹੋ ਤਾਂ ਤੁਹਾਨੂੰ ਗਰਮੀ ਲੱਗਦੀ ਹੈ, ਤੇ ਜਦੋਂ ਤੁਸੀਂ ਪਤਲੇ ਕੱਪੜੇ ਪਾਉਂਦੇ ਹੋ ਤਾਂ ਠੰਡ ਲੱਗਦੀ ਹੈ, ਜਿਹਦੇ ਕਰਕੇ ਇਸ ਵੇਲੇ ਸਥਿਤੀ ਜਿਹੜੀ ਡਾਵਾਡੋਲ ਜੀ ਬਣੀ ਹੋਈ ਹੈ। ਪਰ ਫਿਰ ਵੀ ਸਿਹਤ ਦਾ ਖਿਆਲ ਰੱਖਣ ਦੀ ਲੋੜ ਹੈ। ਔਰ ਹੁਣ ਮੈਂ ਚਾਹੁੰਦੀ ਹਾਂ ਵੀ ਚੱਜ ਦੇ ਵਿਚਾਰ ਦੀ ਵੀ ਸਾਂਝ। ਹਾਂ ਬਿਲਕੁਲ ਜੀ, ਮੈਂ ਹੁਣੇ ਇੱਕ ਚੱਜ ਦਾ ਵਿਚਾਰ ਪੜ੍ਹਿਆ, ਹਾਲਾਂਕਿ ਮੇਰਾ ਹੱਸਣ ਨੂੰ ਜੀ ਨਹੀਂ ਕਰਦਾ ਜੀ। ਤੁਹਾਡੇ ਮਾਪੇ ਜਿਹੜੇ ਉਹ ਹਸਪਤਾਲ ਦੇ ਵਿੱਚ ਬੈੱਡ ਤੇ ਪਏ ਹੋਣ ਤੇ ਤੁਹਾਡੇ ਅੰਦਰੋਂ ਹਾਸਾ ਕਿਵੇਂ ਫੁੱਟ ਸਕਦਾ। ਗੱਲ ਤਾਂ ਇਹ ਹੈ, ਜਦੋਂ ਚਾਰੇ ਪਾਸੇ ਸਭ ਕੁਝ ਠੀਕ ਚੱਲ ਰਿਹਾ ਹੋਵੇ, ਤੁਹਾਡਾ ਹੱਸਣ ਨੂੰ ਤੇ ਹਸਾਉਣ ਨੂੰ ਤੇ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਨੂੰ ਉਦੋਂ ਚਿੱਤ ਕਰਦਾ। ਪਰ ਜਿਹੜਾ ਚੱਜ ਦਾ ਵਿਚਾਰ ਆ ਉਹ ਇਹ ਹੈ ਕਿ ਜਿਹੜੀਆਂ ਮੁਸ਼ਕਿਲਾਂ ਨਾ ਉਹ ਰੂੰ ਦੀਆਂ ਪੰਡਾਂ ਵਰਗੀਆਂ ਹੁੰਦੀਆਂ ਜੀ, ਜਿਹੜੀਆਂ ਦੇਖਣ ਨੂੰ ਬਹੁਤ ਵੱਡੀਆਂ ਤੇ ਭਾਰੀਆਂ ਲੱਗਦੀਆਂ। ਜੇ ਨਾ ਚੱਕਾਂਗੇ ਤਾਂ ਉਹ ਵੱਡੀਆਂ ਹੀ ਲੱਗਦੀਆਂ ਰਹਿਣਗੀਆਂ, ਪਰ ਜਦੋਂ ਚੱਕ ਕੇ ਆਪਾਂ ਸਿਰ ਤੇ ਰੱਖ ਲੈਂਦੇ ਆ ਉਦੋਂ ਹੌਲੀਆਂ ਲੱਗਣ ਲੱਗ ਜਾਂਦੀਆਂ। ਮਤਲਬ ਇਹ ਆ ਵੀ ਜਦੋਂ ਮੁਸ਼ਕਲ ਹਾਲਾਤ ਦਾ ਟਾਕਰਾ ਕਰਨ ਦੇ ਲਈ ਅਸੀਂ ਮਨ ਬਣਾ ਲੈਂਦੇ ਆ, ਅਸੀਂ ਚਿੱਤ ਦੇ ਤੌਰ ਦੇ ਉੱਤੇ ਚਿੱਤੋਂ ਰਾਜ਼ੀ ਹੋ ਜਾਂਦੇ ਵੀ ਹਾਂ ਅਸੀਂ ਇਸ ਮੁਸ਼ਕਲ ਦੇ ਨਾਲ ਮੱਥਾ ਲਾਉਣਾ, ਉਦੋਂ ਉਹ ਹੌਲੀਆਂ ਲੱਗਦੀਆਂ। ਪਰ ਜੇਕਰ ਚੱਕਾਂਗੇ ਹੀ ਨਾ ਤੇ ਦੂਰ ਪਈਆਂ ਨੂੰ ਦੇਖੀ ਜਾਵਾਂਗੇ ਤਾਂ ਬਹੁਤ ਵੱਡੀਆਂ ਲੱਗਣੀਆਂ। ਬਿਲਕੁਲ ਸਹੀ ਗੱਲ ਹੈ। ਔਰ ਇਹ ਸਥਿਤੀ ਹਰੇਕ ਦੇ ਉੱਪਰ ਆਉਂਦੀ ਜ਼ਰੂਰ ਹੈ, ਅੱਜ ਨਹੀਂ ਕੱਲ ਨਹੀਂ ਪਰਸੋਂ, ਕਿਸੇ ਨਾ ਕਿਸੇ ਦੇ ਉੱਪਰ ਇਹੋ ਜੀ ਸਥਿਤੀ ਆਉਂਦੀ ਜ਼ਰੂਰ ਹੈ ਜਦੋਂ ਤੁਹਾਡੇ ਉੱਪਰ ਕੋਈ ਨਾ ਕੋਈ ਇਹੋ ਜੀ ਜ਼ਿੰਮੇਵਾਰੀ ਪੈ ਜਾਂਦੀ ਹੈ, ਜਿਹੜੀ ਜ਼ਿੰਮੇਵਾਰੀ ਨਿਭਾਉਣੀ ਵੀ ਤੁਹਾਨੂੰ ਹੀ ਪੈਂਦੀ ਹੈ, ਪਰ ਤੁਸੀਂ ਉਹਨੂੰ ਨਿਭਾਉਣ ਤੋਂ ਥੋੜਾ ਪਿੱਛੇ ਜੇ ਵੀ ਹੁੰਦੇ ਹੋ, ਕਿਉਂਕਿ ਤੁਹਾਡਾ ਜੀ ਨਹੀਂ ਕਰਦਾ ਹੁੰਦਾ ਕਿ ਇਸ ਜ਼ਿੰਮੇਵਾਰੀ ਨੂੰ ਜਾਂ ਇਹੋ ਜਿਹੇ ਮੌਕੇ ਦੇ ਵਿੱਚ ਮੈਂ ਇਹਦੇ ਵਿੱਚੋਂ ਦੀ ਨਿਕਲਾਂ, ਇਸ ਸਿਚੁਏਸ਼ਨ ਦੇ ਵਿੱਚੋਂ ਦੀ ਮੈਂ ਨਿਕਲਾਂ। ਪਰ ਹਾਲਾਤ ਨੇ, ਸਮਾਂ ਹੈ, ਸਮਾਂ ਬਹੁਤ ਬਲਵਾਨ ਹੁੰਦਾ ਔਰ ਇਹ ਕਈ ਵਾਰ ਬੰਦੇ ਦੇ ਮੂਹਰੇ ਇਹੋ ਜਿਹੇ ਸਵਾਲ ਖੜੇ ਕਰ ਦਿੰਦਾ ਹੈ ਕਿ ਬੰਦੇ ਨੂੰ ਉਸ ਵੇਲੇ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਦਾ ਜਵਾਬ ਕੀ ਦਿਆਂ। ਪਰ ਜੇਕਰ ਹੌਸਲਾ ਬੁਲੰਦ ਹੈ ਤਾਂ ਤੁਸੀਂ ਹਰੇਕ ਮੰਜ਼ਿਲ ਨੂੰ ਸਰ ਕਰ ਸਕਦੇ ਹੋ। ਉਹ ਕਹਿੰਦੇ ਹੁੰਦੇ ਆ ਨਾ ਵੀ ਹੌਸਲਾ ਬੁਲੰਦ ਹੋਏ ਤਾਂ ਫਿਰ ਤੁਸੀਂ ਪੱਥਰ, ਇੱਕ ਚੱਟਾਨ, ਇੱਕ ਪਹਾੜ ਨੂੰ ਵੀ ਚੁੱਕ ਸਕਦੇ ਹੋ, ਪਰ ਜੇ ਤੁਹਾਡੇ ਅੰਦਰ ਹੌਸਲਾ ਨਹੀਂ ਹੈ ਤਾਂ ਇੱਕ ਖੰਭ ਚੁੱਕਣਾ ਵੀ ਔਖਾ ਹੋ ਜਾਂਦਾ। ਬਿਲਕੁਲ ਸਹੀ। ਹਰਮਨ ਜੀ, ਪਹਿਲੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਨਾ ਮੇਰੇ ਮਨ ਦੇ ਵਿੱਚ ਕੁਝ ਕੁ ਖਿਆਲ ਆ ਰਹੇ ਆ ਜੀ ਵੀ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਿਹੋ ਜਿਹੇ ਆ। ਦੇਖੋ, ਸਰਕਾਰੀ ਹਸਪਤਾਲ ਆ ਜਿਹੜੇ, ਉਹਨਾਂ ਦੇ ਵਿੱਚ ਜਾਣ ਤੋਂ ਬੰਦਾ ਵੈਸੇ ਡਰਦਾ, ਕਿਉਂਕਿ ਉਹ ਤਾਂ ਆਪ ਬਿਮਾਰ ਹੋਏ ਪਏ ਆ। ਉਹ ਕਿਸੇ ਨੂੰ ਤੰਦਰੁਸਤ ਕਿੰਨਾ ਕੁ ਕਰਨਗੇ ਇਹਦੇ ਬਾਬਤ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ। ਪਰ ਜਿਹੜੇ ਨਿੱਜੀ ਹਸਪਤਾਲ ਆ ਉਹਨਾਂ ਦੇ ਵਿੱਚ ਕੀ ਕੁਝ ਚੱਲਦਾ, ਇਹ ਮੈਂ ਆਪਦੇ ਪਿੰਡੇ ਦੇ ਉੱਤੇ ਜਦੋਂ ਹੰਢਾ ਰਿਹਾ ਨਾ ਤਾਂ ਮੈਨੂੰ ਲੋਕਾਂ ਦੀ ਜਿਸ ਤਰੀਕੇ ਨਾਲ ਆਰਥਿਕ ਤੌਰ ਦੇ ਉੱਤੇ ਲੁੱਟ ਹੁੰਦੀ ਹੈ,
ਜਿਵੇਂ ਉਹਨਾਂ ਨੂੰ ਉਸ ਸੂਈ ਦੇ ਨੱਕੇ ਦੇ ਵਿੱਚੋਂ ਡਾਕਟਰਾਂ ਦੇ ਵੱਲੋਂ ਲੰਘਾਇਆ ਜਾਂਦਾ, ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਲੰਘਾਇਆ ਜਾਂਦਾ, ਉਹ ਸਾਰਾ ਕੁਝ ਚੇਤੇ ਕਰਕੇ ਨਾ ਬੜੀ ਭਾਵੁਕਤਾ ਹੋ ਰਹੀ ਆ। ਹਰ ਰੋਜ਼ 25 ਤੋਂ ਲੈ ਕੇ 30,000 ਰੁਪਏ ਤੱਕ ਦਾ ਖਰਚਾ ਜਿਹੜਾ ਮੈਨੂੰ ਅਦਾ ਕਰਨਾ ਪੈ ਰਿਹਾ। ਮੇਰੇ ਵਰਗੇ ਹਜ਼ਾਰਾਂ ਲੱਖਾਂ ਲੋਕ ਪੰਜਾਬ ਦੇ ਤੇ ਸਮੁੱਚੇ ਭਾਰਤ ਦੇ ਹੈਗੇ ਆ। ਬੰਦਾ ਕਿੰਨਾ ਕੁ ਖਰਚਾ ਦੇ ਸਕਦਾ, ਬੰਦਾ ਕਿੰਨੇ ਕੁ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਹੋ ਸਕਦਾ, ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਹੈ ਨਹੀਂ। ਮੈਂ ਹਸਪਤਾਲ ਦੇ ਬਾਹਰ ਇੱਕ ਰੇਹੜੀ ਦੇ ਉੱਤੇ ਖੜਾ ਤੇ ਚਾਹ ਪੀਣ ਲੱਗਿਆ। ਉਹ ਮੈਨੂੰ ਕਹਿੰਦਾ ਵੀ ਕੀ ਸਮੱਸਿਆ, ਤੁਸੀਂ ਭਾਵੁਕ ਹੋ? ਮੈਂ ਗੱਲਾਂ ਦੱਸਣ ਲੱਗ ਪਿਆ। ਕਹਿੰਦਾ ਵੀ ਹਸਪਤਾਲ ਦੇ ਵਿੱਚ ਇੱਥੇ ਆ ਕੇ ਤਾਂ ਕਰੋੜਪਤੀ ਅਰਬਪਤੀ ਡਾਵਾਂਡੋਲ ਹੋ ਗਏ ਤੇ ਕਹਿੰਦੇ ਵੀ ਇੱਥੋਂ ਬੰਦਾ ਸੁੱਕਾ ਨਹੀਂ ਜਾਂਦਾ ਜਿੰਨਾ ਚਿਰ 15-18 ਲੱਖ ਰੁਪਈਆ 20 ਲੱਖ ਰੁਪਈਆ ਨਹੀਂ ਲੱਗਦਾ ਨਾ। ਮੈਂ ਸੋਚਦਾ ਵੀ ਭਾਰਤ ਦੇ ਵਿੱਚ ਸਿਹਤ ਸਹੂਲਤਾਂ ਮਾੜੀਆਂ, ਭਾਰਤ ਦੇ ਵਿੱਚ ਸਿੱਖਿਆ ਦੀਆਂ ਸਹੂਲਤਾਂ ਪਛੜੀਆਂ। ਜੇ ਤੁਸੀਂ ਸਕੂਲ 'ਚ ਨਿਆਣਾ ਦਾਖਲ ਕਰਾਉਣਾ ਹੋਵੇ ਉਹ ਕਹਿ ਦਿੰਦੇ ਵੀ ਲੱਖ ਰੁਪਈਆ ਲੈ ਕੇ ਆਓ। ਹਸਪਤਾਲ ਦੇ ਵਿੱਚ ਜਾਂਦੇ ਆ, ਤੁਹਾਡਾ ਲੱਖ ਰੁਪਈਏ ਦਾ ਬਣਦਾ ਹੀ ਕੁਛ ਨਹੀਂ, ਦਿਨ 4 ਨਹੀਂ ਨਿਕਲਦੇਗੇ। ਭਾਰਤ ਦੇ ਵਿੱਚ ਬਣੂਗਾ ਕੀ? ਟਾਣਾ ਸਾਹਿਬ ਬਹੁਤ ਸਾਰੀਆਂ ਗੱਲਾਂ ਨੇ। ਜਦੋਂ ਮੈਂ ਵੀ ਹਸਪਤਾਲ ਦੇ ਆਲੇ ਦੁਆਲੇ ਦਾ ਮਾਹੌਲ ਵੇਖਿਆ, ਜਦੋਂ ਹਸਪਤਾਲ ਦੇ ਅੰਦਰ ਦਾ ਮਾਹੌਲ ਵੇਖਿਆ, ਕਈ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਖੜੇ ਹੋਏ। ਉਹਦੇ 'ਚ ਇਹ ਸੀ ਸਭ ਤੋਂ ਵੱਡਾ ਸਵਾਲ ਤਾਂ ਕਿ ਇੱਕ ਗਰੀਬ ਬੰਦੇ ਦੇ ਲਈ, ਇੱਕ ਜਿਹੜਾ ਦਿਹਾੜੀ ਦੱਪਾ ਕਰਨ ਵਾਲਾ ਬੰਦਾ ਹੈ, ਜਿਹੜਾ ਵਿਚਾਰਾ ਸਵੇਰ ਨੂੰ ਜਿਹੜਾ ਕੰਮ ਕਰ ਲਿਆ ਉਹਦੀ ਰਾਤ ਨੂੰ ਉਹਨੇ ਰੋਟੀ ਖਾ ਲੈਣੀ ਹੈ ਤੇ ਅਗਲੇ ਦਿਨ ਫਿਰ ਸਵੇਰ ਤੋਂ ਉਹੀ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ, ਉਹਦੇ ਲਈ ਹਸਪਤਾਲ ਦਾ ਨਾਂ ਕਿਹੋ ਜਿਹਾ ਹੈ ਇਹਦਾ ਆਪਾਂ ਅੰਦਾਜ਼ਾ ਲਾ ਸਕਦੇ, ਕਿਉਂਕਿ ਉਹ ਇਲਾਜ ਹੀ ਨਹੀਂ ਕਰਵਾ ਸਕਦਾ ਇਹਨਾਂ ਮਹਿੰਗੇ ਹਸਪਤਾਲਾਂ ਦੇ ਵਿੱਚ। ਜਾਂ ਅੱਜ ਕੱਲ ਤਾਂ ਸਸਤੇ ਹਸਪਤਾਲਾਂ ਦੇ ਵਿੱਚ ਵੀ ਜਾ ਕੇ ਤੁਸੀਂ ਆਪਣਾ ਇਲਾਜ ਨਹੀਂ ਕਰਵਾ ਸਕਦੇ। ਪਰ ਬੰਦਾ ਹੈ ਨਾ, ਇਨਸਾਨ ਕਹਿੰਦਾ ਜਾਨ ਬਚਣੀ ਚਾਹੀਦੀ ਹੈ, ਚਾਹੇ ਇਹਦੇ ਲਈ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪੈ ਜੇ, ਪੈਸਾ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ, ਬਸ ਇੱਕ ਵਾਰ ਬੰਦੇ ਦੀ ਜ਼ਿੰਦਗੀ ਬਚਣੀ ਚਾਹੀਦੀ ਹੈ। ਪਰ ਮੈਂ ਹੈਰਾਨ ਆ ਟਾਣਾ ਸਾਹਿਬ, ਕਈ ਨਾ ਮੈਂ ਸੋਚਦੀ ਆ ਵੀ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇੱਥੋਂ ਦੀ ਜਨਸੰਖਿਆ ਹੈ। ਇਸ ਜਨਸੰਖਿਆ ਦਾ ਕਰਕੇ ਬਹੁਤ ਪਿੱਛੇ ਰਹਿ ਗਏ ਆ ਅਸੀਂ, ਬਹੁਤ ਸਾਰੀਆਂ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ। ਪਰ ਅੱਜ ਤੱਕ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਹਦਾ ਦਿਲ ਕਰਦਾ ਉੱਠ ਕੇ ਕਹਿੰਦਾ ਨਿਆਣੇ 4 ਹੋਣੇ ਚਾਹੀਦੇ, 8 ਹੋਣੇ ਚਾਹੀਦੇ, ਐ ਕਰ ਲਓ ਕਰ ਲਓ। ਜਨਸੰਖਿਆ ਤਾਂ ਅੱਗੇ ਜ਼ਿਆਦਾ ਹੈ, ਸਹੂਲਤਾਂ ਮਿਲ ਨਹੀਂ ਰਹੀਆਂ ਤੇ ਉੱਤੋਂ ਬਿਆਨਬਾਜ਼ੀਆਂ ਇਹੋ ਜਿਹੀਆਂ। ਮੈਂ ਤੁਹਾਡੀ ਇਸੇ ਗੱਲ ਦੇ ਉੱਤੇ ਆਉਣ ਲੱਗਾ ਸੀਗਾ। ਬਹੁਤ ਸਾਰੀਆਂ, ਕੋਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਦੇ ਨੇਤਾ ਦੇ ਵੱਲੋਂ ਕਹਿ ਜਾਂਦਾ, ਕਦੇ ਇੱਥੇ ਕੋਈ ਸੰਘ ਦਾ ਆਗੂ ਕਹਿ ਦਿੰਦਾ, ਕਦੇ ਕੋਈ ਕਹਿ ਦਿੰਦਾ। ਆ ਗਿਆਨੀ ਗੁਰਬਚਨ ਸਿੰਘ ਹੋਰੀ ਵੀ ਕਹਿੰਦੇ ਹੁੰਦੇ ਸੀ ਵੀ ਸਿੱਖਾਂ ਨੂੰ 4-4 ਬੱਚੇ ਪੈਦਾ ਕਰਨੇ ਚਾਹੀਦੇ ਆ। ਸਹੂਲਤਾਂ ਦੀ ਤੁਹਾਡੇ ਕੋਲੇ ਪਹਿਲਾਂ ਘਾਟ ਆ ਤੇ ਤੁਸੀਂ ਲੋਕਾਂ ਨੂੰ ਕਿਵੇਂ ਪੂਰੀਆਂ ਚੀਜ਼ਾਂ ਦਿਓਗੇ? ਲੋਕਾਂ ਨੂੰ ਰੋਟੀ ਕਿਵੇਂ ਦਿਓਗੇ? ਬਿਮਾਰ ਪਏ ਬੰਦੇ ਨੂੰ ਇਲਾਜ ਕਿਵੇਂ ਦਿਓਗੇ? ਜਿਹੜਾ ਬੰਦਾ ਕਮਾਉਣ ਯੋਗ ਆ ਉਹਨੂੰ ਰੁਜ਼ਗਾਰ ਕਿਵੇਂ ਦਿਓਗੇ? ਇਹ ਗੱਲਾਂ ਸੋਚਦੇ ਹੀ ਨਹੀਂਗੇ। ਜੀ ਬਿਲਕੁਲ। ਔਰ ਦੂਸਰੇ ਬੰਨੇ ਦਾ ਇੱਕ ਹੋਰ ਪੱਖ ਹੈ, ਸਾਡੀਆਂ ਸਰਕਾਰਾਂ, ਠੀਕ ਹੈ ਇਹ ਤਾਂ ਪਤਾ ਲੱਗ ਗਿਆ ਵੀ ਜਨਸੰਖਿਆ ਵੱਧ ਰਹੀ ਹੈ ਜਿਹਦੇ ਕਰਕੇ ਨਹੀਂ ਸਹੂਲਤਾਂ, ਪਰ ਸਾਡੀਆਂ ਸਰਕਾਰਾਂ ਇੱਥੇ ਵੀ ਤਾਂ ਨਾਕਾਮਯਾਬ ਸਾਬਤ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਚਲੋ ਜਨਸੰਖਿਆ ਤਾਂ ਵੱਧ ਰਹੀ ਹੈ ਪਰ ਅਸੀਂ ਲੋਕਾਂ ਦੇ ਲਈ ਵੀ ਤਾਂ ਮਤਲਬ ਉਸ ਵਾਧੇ ਦੇ ਹਿਸਾਬ ਦੇ ਨਾਲ ਸਹੂਲਤਾਂ ਵੀ ਤਾਂ ਪੈਦਾ ਕਰੀਏ ਨਾ। ਹਸਪਤਾਲ ਵੀ ਤਾਂ ਉਸ ਹਿਸਾਬ ਨਾਲ ਹੋਣ, ਲੋਕਾਂ ਨੂੰ ਸਿਹਤ ਸਹੂਲਤਾਂ ਵੀ ਤਾਂ ਮਿਲਣ। ਹੁਣ ਆਪਾਂ ਅੱਗੇ ਇੱਕ ਦਿਨ ਗੱਲ ਕਰ ਰਹੇ ਸੀ ਕਿ ਜਿਹੜੇ ਲੋਕ ਟੈਕਸ ਦਿੰਦੇ ਨੇ ਉਹਨਾਂ ਨੂੰ ਕੀ ਫਾਇਦਾ ਮਿਲਦਾ, ਜਿਹੜਾ ਨਾ ਦੇਣ ਵਾਲਿਆਂ ਨੂੰ ਨਾ ਮਿਲਦਾ ਹੋਵੇ। ਇਹ ਵੀ ਨਹੀਂ ਹੈ ਕਿ ਤੁਸੀਂ ਟੈਕਸ ਦਿੰਦੇ ਹੋ ਤੇ ਤੁਹਾਡੇ ਲਈ ਸਿਹਤ ਸਹੂਲਤਾਂ ਸਸਤੀਆਂ ਨੇ ਜਾਂ ਵਧੀਆ ਨੇ ਜਾਂ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਵਧੀਆ ਚੀਜ਼ਾਂ ਮਿਲ ਰਹੀਆਂ ਨੇ। ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਵੀ ਜੇਕਰ ਬੰਦਾ ਇੱਥੇ ਕੋਈ ਬਿਮਾਰ ਹੁੰਦਾ ਉਹਦੇ ਲਈ ਤਾਂ ਬਹੁਤ ਬੁਰੀ ਹਾਲਤ ਆ। ਪਰ ਜਿਨ੍ਹਾਂ ਨੇ ਸਾਨੂੰ ਰਾਇ ਦੇਣੀਆਂ ਕਿ ਬੱਚੇ 4 ਹੋਣੇ ਚਾਹੀਦੇ ਆ, ਬੱਚੇ 7 ਹੋਣੇ ਚਾਹੀਦੇ ਆ, ਜਿਹੜੇ ਸਾਡੀਆਂ ਵੋਟਾਂ ਦੇ ਉੱਤੇ ਪਲਦੇ ਆ, ਉਹਨਾਂ ਸਾਰਿਆਂ ਦੇ ਨਿਆਣੇ ਵਿਦੇਸ਼ਾਂ ਦੇ ਵਿੱਚ ਆ। ਉਹ ਆਪਦੇ ਨਿਆਣੇ ਇੱਥੇ ਲੈ ਕੇ ਆਉਣ ਕਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ, ਜਿਹੜੇ ਕਹਿੰਦੇ ਨਾ ਕਿ ਨਹੀਂ ਐਡੀ ਕੋਈ ਗੱਲ ਨਹੀਂ, ਸਾਡੀ ਪਾਰਟੀ ਦੀ ਸਰਕਾਰ 'ਚ ਸਾਰਾ ਕੁਝ ਸਹੀ ਆ। ਮੈਂ ਕਹਿੰਦਾ ਜੀ ਜਦੋਂ ਤੁਹਾਡੀ ਪਾਰਟੀ ਦੀ ਸਰਕਾਰ ਆ ਜਾਂਦੀ ਨਾ, ਆਪਦੇ ਬੱਚੇ ਬਾਹਰੋਂ ਲੈ ਕੇ ਇੱਥੇ ਆ ਜਾਓ। ਤੁਸੀਂ ਪੂਰੇ 5 ਸਾਲ ਇੱਥੇ ਆਨੰਦ ਮਾਣੋ, ਤੁਸੀਂ ਪੂਰੇ 5 ਸਾਲ ਇੱਥੇ ਦੇਖੋ ਰੰਗ ਤਮਾਸ਼ਾ ਵੀ ਕੀ ਬਣਦਾ ਤੇ ਕੀ ਨਹੀਂ। ਜੀ ਪਰ ਗੱਲ ਇਹ ਨਾ, ਆਪਣੇ ਪਿੰਡੇ ਤੇ ਹੰਡਾਉਣੀਆਂ ਨਹੀਂ ਚਾਹੁੰਦੇ। ਉਹਨਾਂ ਨੂੰ ਪਤਾ ਹੈ ਕਿ ਜੇਕਰ ਇਹ ਸਾਰਾ ਕੁਝ ਸਾਡੇ ਨਾਲ ਵਾਪਰਿਆ ਤਾਂ ਸ਼ਾਇਦ ਅਸੀਂ ਸਹਿਣ ਹੀ ਨਹੀਂ ਕਰ ਪਾਵਾਂਗੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਆਪਾਂ ਸਿਹਤ ਸਹੂਲਤਾਂ ਦੀ ਗੱਲ ਕਰ ਰਹੇ ਸੀ ਤੇ ਆ ਤੁਹਾਨੂੰ ਪਤਾ ਵੀ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਇਸ ਵੇਲੇ, ਤੇ ਇਸ ਮੌਸਮ 'ਚ ਅਕਸਰ ਕੁੰਭਕਰਨੀ ਨੀਂਦ ਤੋਂ ਸਾਡਾ ਸਿਹਤ ਵਿਭਾਗ ਵੀ ਜਾਗਦਾ ਹੁੰਦਾ। ਉਹਨਾਂ ਨੂੰ ਚੇਤੇ ਆਉਂਦਾ ਹੈ ਕਿ ਉਹ ਲੋਕਾਂ ਦੀ ਸਿਹਤ ਨਾਲ ਤਾਂ ਖਿਲਵਾੜ ਹੋ ਰਿਹਾ ਹੈ। ਲੋਕੀ ਕਿਤੇ ਨਕਲੀ ਦੁੱਧ, ਨਕਲੀ ਖੋਆ, ਨਕਲੀ ਪਨੀਰ ਨਾ ਖਾ ਲੈਣ, ਨਕਲੀ ਮਠਿਆਈਆਂ ਨਾ ਖਾ ਲੈਣ, ਬਾਕੀ ਸਾਰਾ ਸਾਲ ਚਾਹੇ ਜੋ ਮਰਜ਼ੀ ਹੁੰਦਾ ਰਵੇ, ਪਰ ਇਹ ਖਾਸ ਦਿਨਾਂ 'ਚ 10 ਦਿਨ ਪਹਿਲਾਂ ਜੀ ਤੇ ਦੁਸਹਿਰੇ ਤੋਂ ਬਾਅਦ 20 ਦਿਨਾਂ ਬਾਅਦ ਦੀਵਾਲੀ ਹੁੰਦੀ ਆ। ਇਸ 1 ਮਹੀਨੇ ਦੇ ਵਿੱਚ ਯਾਨੀ ਕਿ 25 ਤੋਂ 30 ਦਿਨਾਂ ਦੇ ਵਿੱਚ ਸਿਹਤ ਵਿਭਾਗ ਜਾਗਦਾ। ਉਦੋਂ ਇਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਭਾਈ ਖੋਏ ਦੇ ਵਿੱਚ ਮਿਲਾਵਟ ਬਹੁਤ ਆ, ਆ ਜਿਹੜੀਆਂ ਗੁਲਾਬ ਜਾਮਣ ਆ ਇਹ ਵੀ ਸਹੀ ਨਹੀਂ ਬਣਦੀਆਂ, ਮੱਖੀਆਂ ਵਾਲੀ ਥਾਂ ਤੇ ਬਣਦੀਆਂ, ਆ ਡਬਲ ਰੋਟੀ ਦਾ ਆਟਾ ਵੀ ਪੈਰਾਂ ਨਾਲ ਗੁੰਨਦੇ ਆ, ਇੱਥੇ ਆ ਵੀ ਬੁਰਾ ਹਾਲ ਆ, ਇੱਥੇ ਆ ਵੀ ਬੁਰਾ ਹਾਲ ਆ, ਆ ਦੁੱਧ ਵੀ ਮਾੜਾ,
ਆ ਸਪਰੇਟੇ ਵਾਲਾ, ਆ ਫਲਾਣੀ ਚੀਜ਼ ਵੀ ਮਾੜੀ ਆ, ਫਲਾਣੀ ਚੀਜ਼ ਵੀ ਮਾੜੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ 700 ਤੋਂ ਵੱਧ ਨਮੂਨੇ ਲਏ ਗਏ ਆ ਜੀ। ਉਹਨਾਂ 700 ਨਮੂਨਿਆਂ ਦੇ ਵਿੱਚੋਂ ਪਤਾ ਲੱਗਾ ਜੀ ਕਿ 85% ਨਮੂਨੇ ਫੇਲ ਹੋ ਗਏ ਆ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਆ ਦੀਵਾਲੀ ਨਿਕਲ ਗਈ ਨਾ, ਬਾਅਦ ਦੇ ਵਿੱਚ ਕੋਈ ਖੇ ਸਵਾ ਜੋ ਮਰਜ਼ੀ ਖਵਾਈ ਜਾਓ, ਸਭ ਕੁਝ ਠੀਕ ਆ, ਬਸ ਇੰਨਾ 4 ਦਿਨਾਂ ਦੇ ਵਿੱਚ ਫਿਕਰ ਹੋਣਾ। ਮੈਨੂੰ ਇਹ ਲੱਗਦਾ ਟਾਣਾ ਸਾਹਿਬ ਵੀ ਸਾਡੇ ਤਾਂ ਨਾ ਮੇਦੇ ਵੀ ਇਹੋ ਜਿਹੇ ਬਣ ਗਏ ਨੇ ਜਿਨ੍ਹਾਂ ਨੂੰ ਹੁਣ ਅਸਲੀ ਚੀਜ਼ ਸ਼ਾਇਦ ਪਚ ਹੀ ਨਹੀਂ ਸਕਦੀ। ਅਸੀਂ ਨਕਲੀ ਖਾ ਖਾ ਕੇ ਉਹੋ ਜਿਹੇ ਪਲਾਸਟਿਕ ਵਾਲੇ ਮੇਦੇ ਹੋ ਗਏ ਸਾਡੇ ਵੀ ਜਿਨ੍ਹਾਂ ਨੂੰ ਚੀਜ਼ ਹੀ ਨਕਲੀ ਪਚਦੀ ਹੈ। ਤੁਸੀਂ ਵੇਖੋ, ਮੈਂ ਰਿਪੋਰਟ ਪੜ੍ਹ ਰਹੀ ਸੀ ਜਿਹਦੇ 'ਚ ਨਕਲੀ ਗੁੜ, ਜਿਹਦੇ 'ਚ ਚੀਨੀ ਰਲਾ ਕੇ ਉਹ ਵੇਚ ਰਹੇ ਨੇ, ਹਨਾ, ਪਨੀਰ, ਖੋਆ, ਉਸ ਤੋਂ ਬਾਅਦ ਦੇਸੀ ਘਿਓ, ਉਸ ਤੋਂ ਬਾਅਦ ਮਠਿਆਈਆਂ, ਉਸ ਤੋਂ ਬਾਅਦ ਹੋਰ ਜਿੰਨੀਆਂ ਦੁੱਧ ਨਾਲ ਬਣਨ ਵਾਲੀਆਂ ਚੀਜ਼ਾਂ, ਇਹ ਸਾਰੀਆਂ ਖਰਾਬ ਪਾਈਆਂ ਗਈਆਂ ਨੇ। ਸਾਰੀਆਂ ਦੇ ਸੈਂਪਲ ਫੇਲ ਹੋਏ ਨੇ। ਜੇ 85% ਦੀ ਸੈਂਪਲ ਫੇਲ ਨੇ ਤਾਂ ਤੁਸੀਂ ਹਿਸਾਬ ਲਾਓ ਕਿ ਲੋਕਾਂ ਤੱਕ ਜ਼ਹਿਰਾਂ ਪਹੁੰਚ ਰਹੀਆਂ ਨੇ। ਔਰ ਉਹ ਜ਼ਹਿਰਾਂ ਖਾ ਖਾ ਕੇ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਲੋਕ ਪਹਿਲਾਂ ਉੱਚੀ ਡੀਲ ਡੋਲ ਵਾਲੇ ਹੁੰਦੇ ਸੀ, ਤਗੜੇ ਜੁੱਸਿਆਂ ਵਾਲੇ ਹੁੰਦੇ ਸੀ, ਲੋਕੀ ਜਿਹੜੇ ਆ ਉਹ ਸਿਹਤਮੰਦ ਹੁੰਦੇ ਸੀ, ਤਾਂ ਹੁਣ ਕਿਵੇਂ ਸਿਹਤਮੰਦ ਰਹਿ ਜਾਣਗੇ? ਪੈਕਟਾਂ ਵਾਲਾ ਦੁੱਧ ਪੀ ਕੇ ਕਿਹਨੇ ਭਲਵਾਨੀ ਕਰਨੀ ਆ? ਆ ਸਵੇਰੇ ਕਹਿ ਦਿੰਦੇ ਆ ਬੋਰਨਵੀਟਾ ਖਾ ਲਓ ਤੇ ਹੁਣ ਤੁਸੀਂ ਆ ਕਾਰਨਫਲੈਕਸ ਖਾ ਲਓ। ਇਹਨਾਂ ਗੱਲਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਤੁਹਾਡੀ ਸਿਹਤ ਦੇ ਉੱਤੇ ਕੋਈ ਬਹੁਤਾ ਕਮਾਲ ਦਾ ਅਸਰ ਪੈਂਦਾ ਹੋਊਗਾ। ਇੱਕ ਵੇਲਾ ਸੀ ਜਦੋਂ ਖੁੱਲੀਆਂ ਡੁੱਲੀਆਂ ਖੁਰਾਕਾਂ ਸੀ, ਇੱਕ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਹਰ ਚੀਜ਼ ਦੀ ਸ਼ੁੱਧਤਾ ਸੀ। ਉਦੋਂ ਕਿਰਦਾਰ ਦੇ ਵਿੱਚ ਵੀ ਸ਼ੁੱਧਤਾ ਸੀ, ਉਦੋਂ ਵਿਚਾਰ ਦੇ ਵਿੱਚ ਵੀ ਸ਼ੁੱਧਤਾ ਸੀ, ਉਦੋਂ ਖੁਰਾਕ ਦੇ ਵਿੱਚ ਵੀ ਸ਼ੁੱਧਤਾ ਸੀ। ਉਦੋਂ ਹਰ ਬੰਦੇ ਦਾ ਸੁਭਾਅ ਜਿਹੜਾ ਨਾ ਉਹ ਇਦਾਂ ਦਾ ਸੀਗਾ ਕਿ ਅਸੀਂ ਕਿਸੇ ਦੀ ਮਦਦ ਵੀ ਕਰਨੀ ਆ ਤੇ ਅਸੀਂ ਜੋ ਖਾਣੇ ਆ, ਜੋ ਖਵਾਉਣੇ ਆ, ਉਹ ਵੀ ਸੱਚਾ ਤੇ ਸੁੱਚਾ ਹੋਣਾ ਚਾਹੀਦਾ, ਸ਼ੁੱਧ ਹੋਣਾ ਚਾਹੀਦਾ। ਪਰ ਅੱਜ ਤਾਂ ਤੁਹਾਨੂੰ ਇਹ ਨਹੀਂ ਪਤਾਗਾ ਵੀ ਭਾਈ ਜੋ ਹੋਟਲ ਦੇ ਵਿੱਚ ਮਿਲਦਾ ਉਹ ਕਿਹੋ ਜਿਹਾ। ਤੁਸੀਂ ਘਰ ਦੇ ਵਿੱਚ ਜ਼ਹਿਰ ਲੈ ਕੇ ਆਉਂਦੇ ਆ। 85% ਦੀ ਗੱਲ ਕੀਤੀ ਆ, ਮਤਲਬ ਇਹ ਹੈ ਵੀ ਜੇਕਰ 100 ਬੰਦਾ ਕੋਈ ਬਾਹਰਲੀ ਚੀਜ਼ ਖਾਂਦਾ ਜਾਂ ਘਰੇ ਲੈ ਕੇ ਖਾਂਦਾ, 85% ਤਾਂ ਉਹਦੇ ਵਿੱਚੋਂ ਬਿਮਾਰ ਹੋ ਗਏ। ਬਿਲਕੁਲ। ਤੁਸੀਂ ਇਹ ਵੇਖੋ, ਮੇਰੇ ਪਿਤਾ ਜੀ ਦੱਸਦੇ ਹੁੰਦੇ ਨੇ, ਮੈਨੂੰ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ ਤੇ, ਕਿਉਂਕਿ ਆਪਾਂ ਤਾਂ ਆਪਣੀ ਹੋਸ਼ ਦੇ ਵਿੱਚ ਇਹ ਸਾਰਾ ਕੁਝ ਵੇਖਿਆ ਨਹੀਂ, ਪਰ ਉਹ ਦੱਸਦੇ ਨੇ ਕਿ ਇੱਕ ਵੇਲਾ ਸੀ ਜਦੋਂ ਦੁੱਧ ਵੇਚਣ ਨੂੰ ਮਾੜਾ ਮੰਨਿਆ ਜਾਂਦਾ ਸੀ। ਦੁੱਧ ਵੇਚਦਾ ਪੁੱਤ ਵੇਚਦਾ। ਬਿਲਕੁਲ, ਲੋਕ ਇਹ ਕਹਿੰਦੇ ਸੀ ਵੀ ਦੁੱਧ ਵੇਚਦਾ ਪੁੱਤ ਵੇਚਦਾ, ਹਨਾ। ਪਰ ਹੌਲੀ ਹੌਲੀ ਸਿਆਣੇ ਉਦੋਂ ਇਹ ਵੀ ਕਹਿੰਦੇ ਹੁੰਦੇ ਸੀ ਵੀ ਪਾਣੀ ਬੋਤਲਾਂ 'ਚ ਵਿਕਿਆ ਕਰੂਗਾ, ਤੇ ਇਹ ਗੱਲ ਪੰਜਾਬ 'ਚ ਵੀ ਸੱਚੀ ਸਾਬਤ ਹੋਈ ਹੈ। ਨਹੀਂ, ਹੁਣ ਤਾਂ ਇਸ ਤੋਂ ਅਗਲੀ ਗੱਲ ਹੋ ਗਈ ਆ ਜੀ। ਆਕਸੀਜਨ ਦੇ ਸਿਲੰਡਰ ਤੁਹਾਨੂੰ ਆਪਣੇ ਮੋਢਿਆਂ ਦੇ ਉੱਤੇ ਬੰਨਣੇ ਪੈਣੇ ਆ। ਦਿੱਲੀ ਦੇ ਵਿੱਚ ਇੱਕ ਆਕਸੀਜਨ ਸੈਂਟਰ ਖੁੱਲਿਆ। ਉੱਥੇ ਇਹ ਆ ਵੀ ਜਿਹਨੂੰ ਇਹ ਲੱਗਦਾ ਜੀ ਕਿ ਮੈਨੂੰ ਹੁਣ ਇਸ ਵਾਤਾਵਰਨ ਦੇ ਵਿੱਚ ਪ੍ਰਦੂਸ਼ਿਤ ਹਵਾ ਦੇ ਵਿੱਚ ਸਾਹ ਲੈਣ 'ਚ ਤਕਲੀਫ ਆਉਂਦੀ ਆ, ਉਹ ਉਹਦਾ ਸਿਲੰਡਰ ਆਪਦੇ ਮੋਢੇ ਦੇ ਉੱਤੇ ਰੱਖੇ, ਉਹ ਨਾਲ ਲਾ ਲਵੇ ਆਪਦਾ ਮਾਸਕ ਕੁੱਪਾ ਜਾ, ਤੇ ਕਹਿੰਦੇ ਜੀ ਉਸ ਤੋਂ ਬਾਅਦ ਉਹ ਤੁਹਾਨੂੰ ਸ਼ੁੱਧ ਹਵਾ ਮਿਲੂਗੀ। ਹਵਾ ਸਾਨੂੰ ਮੁੱਲ ਮਿਲਦੀ ਆ, ਉਹ ਵੀ ਕਹਿੰਦੇ 800-900 ਰੁਪਏ ਦਾ ਸਿਲੰਡਰ ਆ ਛੋਟਾ। ਤੁਸੀਂ ਪਾਣੀ ਆ ਜਿਹੜਾ ਮੁੱਲ ਆ, ਐਡਾ ਗਲਾਸ ਲਿਆ ਪਰਸੋਂ, ਉਹ 3 ਰੁਪਏ ਦਾ। ਸੋ ਪਾਣੀ ਵੀ ਮੁੱਲ ਆ, ਦੁੱਧ ਵੀ ਮੁੱਲ ਆ, ਹਰ ਚੀਜ਼ ਮੁੱਲ ਆ, ਸਸਤੀ ਕਿਹੜੀ ਆ ਜੀ। ਔਰ ਇਹਦੇ 'ਚ ਸਭ ਤੋਂ ਵੱਡਾ ਸੋਚਣ ਦਾ ਵਿਸ਼ਾ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਜਨਸੰਖਿਆ ਦੀ ਗੱਲ ਕਰ ਰਹੇ ਸੀ ਕਿ ਕੰਜ਼ੰਪਸ਼ਨ, ਜਿਹੜੀ ਉਪਭੋਗਤਾ ਕਹਿ ਲੋ ਵੀ ਲੋਕਾਂ ਨੇ ਜਿਹੜਾ ਦੁੱਧ ਪੀਣਾ ਹੈ ਜਾਂ ਦੁੱਧ ਦੀਆਂ ਚੀਜ਼ਾਂ ਚਾਹੀਦੀਆਂ ਨੇ, ਉਹ ਹਰ ਰੋਜ਼ ਉਹਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ, ਤੇ ਜਿਹੜੀ ਪ੍ਰੋਡਕਸ਼ਨ ਆ ਉਹ ਬਿਲਕੁਲ ਘਟ ਰਹੀ ਹੈ, ਕਿਉਂਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਪਸ਼ੂ ਹੁਣ ਕੱਢ ਦਿੱਤੇ ਨੇ। ਕੋਈ ਨਹੀਂ ਉਨੀ ਸਿਰਦਰਦੀ ਲੈ ਕੇ ਰਾਜ਼ੀ, ਪਰ ਫਿਰ ਵੀ ਦੁੱਧ ਜਿਹੜਾ ਉਪਲਬਧ ਹੋ ਰਿਹਾ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਦੀਵਾਲੀ ਨਾਲ ਸੰਬੰਧਤ ਆ ਜਿਹੜੀ, ਵੀ ਇਹ ਤਾਂ ਚਲੋ ਸਿਹਤ ਮਹਿਕਮੇ ਦੀ ਥੋੜੀ ਜੀ ਅੱਖ ਖੁੱਲੀ ਆ ਥੋੜੇ ਕੁ ਦਿਨਾਂ ਵਾਸਤੇ, ਪਰ ਉਦਾਂ ਕੁਝ ਸੂਬਿਆਂ ਦੀਆਂ ਸਰਕਾਰਾਂ ਕੁਝ ਚੰਗਾ ਵੀ ਕਰ ਰਹੀਆਂ। ਰਾਜਸਥਾਨ ਦੀ ਸਰਕਾਰ ਨੇ ਐਤਕੀ ਪਟਾਕਿਆਂ ਦੇ ਉੱਤੇ ਮੁਕੰਮਲ ਪਾਬੰਦੀ ਲਾਤੀ ਆ। ਬਹੁਤ ਚੰਗੀ ਗੱਲ ਹੈ। ਰਾਜਸਥਾਨ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਪਟਾਕਿਆਂ ਦੇ ਧੂਏ ਦੇ ਨਾਲ ਪ੍ਰਦੂਸ਼ਣ ਇਹੋ ਜਿਹਾ ਫੈਲਦਾ ਜਿਹਦੇ ਕਰਕੇ ਕਰੋਨਾ ਪੀੜਤਾਂ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ, ਦਿਲ ਦੇ ਰੋਗੀਆਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ। ਇਸ ਕਰਕੇ ਉਹਨਾਂ ਨੇ ਪਟਾਕਿਆਂ ਦੀ ਵਿਕਰੀ ਦੇ ਉੱਤੇ, ਪਟਾਕਿਆਂ ਦੇ ਲਾਇਸੈਂਸ ਜਾਰੀ ਕਰਨ ਦੇ ਉੱਤੇ ਪਾਬੰਦੀ ਲਾਤੀ ਹੈ। ਬਾਕੀ ਸੂਬਿਆਂ ਨੂੰ ਵੀ ਸੋਚਣਾ ਚਾਹੀਦਾ। ਮੈਂ ਕਦੇ-ਕਦੇ ਸੋਚਦਾ ਵੀ ਜੇਕਰ ਕਿਸੇ ਨੇ ਪਰਾਲੀ ਸਾੜੀ ਤਾਂ ਕਹਿੰਦੇ ਵੀ ਕਰੋੜ ਦਾ ਜੁਰਮਾਨਾ ਤੇ ਨਾਲ 5 ਸਾਲ ਦੀ ਸਜ਼ਾ, ਤੇ ਇਹ ਵੀ ਤਾਂ ਪ੍ਰਦੂਸ਼ਣ ਆ, ਫਿਰ ਇਹਦੇ ਬਾਰੇ ਵੀ ਖਿਆਲ ਕਰਨਾ ਚਾਹੀਦਾ। ਬਿਲਕੁਲ। ਔਰ ਜਿਹੋ ਜਿਹਾ ਮਾਹੌਲ ਚੱਲ ਰਿਹਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ, ਆ ਪਟਾਕਿਆਂ ਦੇ ਉੱਪਰ ਤਾਂ ਪੂਰਨ ਤੌਰ ਤੇ ਪਾਬੰਦੀ ਹਰ ਪਾਸੇ ਲੱਗ ਜਾਣੀ ਚਾਹੀਦੀ ਹੈ। ਜੱਜ ਦਾ ਵਿਚਾਰ। ਹਰਮਨ ਜੀ, ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਜਿਹੜੇ ਕਿ ਲੁਧਿਆਣੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਆ ਜੀ, ਉਹਨਾਂ ਦਾ ਇੱਕ ਬਿਆਨ ਆ ਜਿਹੜਾ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੋ ਸ਼ੰਭੂ ਬੈਰੀਅਰ ਦੇ ਉੱਤੇ ਧਰਨਾ ਲੱਗਾ ਹੋਇਆ ਉਹ ਕਿਸਾਨਾਂ ਦਾ ਧਰਨਾ ਨਹੀਂ ਆ, ਉੱਥੇ ਤਾਂ ਖਾਲਿਸਤਾਨ ਪੱਖੀ ਨਾਅਰੇ ਲੱਗਦੇ ਆ। ਕੀ ਮਤਲਬ? ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਉਹ ਲੋਕ ਨਹੀਂ ਜਿਹੜੇ ਕਿ ਸੰਘਰਸ਼ ਦੇ ਵਿੱਚ ਅੱਗੇ ਤੋਂ ਅੱਗੇ ਵਧ ਰਹੇ ਆ। ਰਵਨੀਤ ਬਿੱਟੂ ਦੇ ਕਹਿਣ ਦੇ ਮੁਤਾਬਕ ਜਿਹੜੇ ਕਿਸਾਨ ਇਸ ਵਕਤ ਧਰਨੇ ਲਾ ਰਹੇ ਆ, ਜਿਹੜੇ ਮਜ਼ਦੂਰ ਇਸ ਵਕਤ ਧਰਨੇ ਲਾ ਰਹੇ ਆ, ਉਹ ਸਾਰੇ ਆਪਣੀ ਥਾਂ ਦੇ ਉੱਤੇ ਸਹੀ ਆ, ਪਰ ਇਹਨਾਂ ਧਰਨਿਆਂ ਦੀ ਆੜ ਦੇ ਵਿੱਚ ਕੁਝ ਕੁ ਲੋਕ ਆ ਜਿਹੜੇ ਉਹ ਆਪਣੇ ਹੋਰ ਮਨਸੂਬੇ ਜਿਹੜੇ ਉਹ ਘੜਨ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਆ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਬੰਦਾ ਇਸ ਵਕਤ ਸ਼ੰਭੂ ਬੈਰੀਅਰ ਦੇ ਉੱਤੇ ਧਰਨੇ ਦੇ ਵਿੱਚ ਅਗਵਾਈ ਕਰ ਰਿਹਾ, ਇਹੀ ਬੰਦਾ ਸਨੀ ਦਿਓਲ ਦੀ ਜਿਹੜੀ ਚੋਣ ਮੁਹਿੰਮ ਸੀਗੀ ਗੁਰਦਾਸਪੁਰ ਦੇ ਵਿੱਚ, ਉਹਦੇ 'ਚ ਦਿਨ ਰਾਤ ਇੱਕ ਕਰਦਾ ਰਿਹਾ। ਹੁਣ ਇਹ ਗੱਲ ਨਹੀਂ ਕਹਿਣਾ ਜੀ ਕਿ ਸਨੀ ਦਿਓਲ ਵੀ ਇੱਥੇ ਆਵੇ,
ਸਨੀ ਦਿਓਲ ਨੂੰ ਬੁਲਾਵੇ ਜੇਕਰ ਇੰਨੀ ਪੱਕੀ ਯਾਰੀ ਆ, ਜੇਕਰ ਧਰਮਿੰਦਰ ਦੇ ਟੱਬਰ ਦੇ ਨਾਲ ਇੰਨੀ ਸਾਂਝ ਆ, ਤਾਂ ਫਿਰ ਸਨੀ ਦਿਓਲ ਨੂੰ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਅੱਛਾ ਜੀ। ਰਵਨੀਤ ਬਿੱਟੂ ਦੇ ਕਹਿਣ ਦੇ ਮੁਤਾਬਕ ਕੇਂਦਰ ਦੇ ਵੱਲੋਂ ਪਹਿਲਾਂ ਹੀ ਗੱਲ ਕਹੀ ਜਾ ਚੁੱਕੀ ਹੈ ਏਜੰਸੀਆਂ ਦੇ ਵੱਲੋਂ ਵੀ ਸ਼ੰਭੂ ਬੈਰੀਅਰ ਦੇ ਉੱਤੇ ਬੈਠੇ ਹੋਏ ਕਿਸਾਨ ਨਹੀਂ ਆ, ਇਹ ਤਾਂ ਆਪਦੇ ਹੋਰ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਇਹਨਾਂ ਦੀਆਂ ਕੋਸ਼ਿਸ਼ਾਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਕਿ ਪੰਜਾਬ ਪੱਖੀ ਬਿਲਕੁਲ ਨਹੀਂ ਆ। ਟਾਣਾ ਸਾਹਿਬ, ਕਈ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ। ਦੇਖੋ ਠੀਕ ਹੈ, ਰਵਨੀਤ ਬਿੱਟੂ ਹੋਰਾਂ ਦੀਆਂ ਗੱਲਾਂ ਆਪਣੀ ਥਾਂ ਦੇ ਉੱਪਰ ਸਹੀ ਹੋਣਗੀਆਂ। ਵਾਕਈ ਇਸ ਵੇਲੇ ਸਨੀ ਦਿਓਲ ਨੂੰ ਲੈ ਕੇ ਆਉਣ ਦੀ ਲੋੜ ਹੈ, ਉਹਨੂੰ ਪੁੱਛਣ ਦੀ ਲੋੜ ਹੈ ਵੀ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਲਈ ਤੁਸੀਂ ਕੀ ਕੀਤਾ, ਹਨਾ। ਪਰ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਤੁਰੇ ਫਿਰਦੇ ਨੇ, ਉਹ ਪੰਜਾਬ 'ਚ ਰਹਿ ਕੇ ਪੰਜਾਬੀਆਂ ਲਈ ਕੀ ਕਰ ਰਹੇ ਨੇ, ਕਿਸਾਨਾਂ ਲਈ ਕੀ ਕਰ ਰਹੇ ਨੇ। ਮੁੱਦਾ ਤਾਂ ਇਹ ਵੀ ਹੈ ਨਾ, ਆਪਾਂ ਚਲੋ ਉਹਨੂੰ ਵੀ ਫੜਨਾ ਚਾਹੀਦਾ, ਮੈਂ ਇਹ ਨਹੀਂ ਕਹਿੰਦੀ ਵੀ ਉਹਦੇ ਵੱਲੋਂ ਧਿਆਨ ਹਟਾ ਲਓ, ਪਰ ਉਹਦੇ ਨਾਲ ਨਾਲ ਆਪਾਂ ਇਹ ਵੀ ਤਾਂ ਵੇਖੀਏ ਨਾ ਵੀ ਆਪਾਂ ਕੀ ਯੋਗਦਾਨ ਪਾ ਰਹੇ ਆ, ਆਪਾਂ ਕਿਸਾਨਾਂ ਨਾਲ ਕਿੱਥੇ ਖੜ ਰਹੇ ਆ, ਆਪਾਂ ਕਿਸਾਨੀ ਦੇ ਮੁੱਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਕੀ ਕਰ ਰਹੇ ਆ, ਜਾਂ ਸਾਡੇ ਨਾਲ ਦੇ, ਸਾਡੀ ਪਾਰਟੀ ਦੇ ਜਾਂ ਸਾਡੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਕਿੱਥੇ ਕਿੱਥੇ ਰੋਕਣ ਟੋਕਣ ਦੀ ਲੋੜ ਹੈ, ਆਪਾਂ ਉਧਰ ਵੀ ਤਾਂ ਧਿਆਨ ਦਈਏ ਨਾ। ਬਿਲਕੁਲ ਜੀ। ਇੱਕ ਗੱਲ ਹੋਰ ਆ ਵੀ ਜਿਹੜੇ ਨਾ ਖਾਲਿਸਤਾਨ ਪੱਖੀ ਨਾਰੇ ਲੱਗਦੇ ਆ, ਨਾਰੇ ਲਾਉਣਾ ਤਾਂ ਮੈਂ ਸੋਚਦਾ ਜੀ ਵੀ ਕਿਤੋਂ ਦਾ ਗੁਨਾਹ ਹੈ ਨਹੀਂਗਾ ਜੀ। ਦੇਖੋ ਸਭ ਦੇ ਆਪੋ ਆਪਣੇ ਵਿਚਾਰ ਆ, ਨਾਰਾ ਕੋਈ ਵੀ ਕਿਤੋਂ ਦਾ ਵੀ ਲਾ ਸਕਦਾ। ਨਾਰਾ ਤਾਂ ਇੱਥੇ ਸਰਹੱਦ ਦੇ ਉੱਤੇ ਖੜ ਕੇ ਕੋਈ ਕਿਸੇ ਕਿਸਮ ਦਾ ਲਾਉਂਦਾ, ਕੋਈ ਦਿੱਲੀ ਦੇ ਵਿੱਚ ਖੜ ਕੇ ਕੋਈ ਕਿਸੇ ਕਿਸਮ ਦਾ ਲਾਈ ਜਾਂਦਾ। ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਜੀ ਕਿ ਇਹ ਤਾਂ ਇੱਕ ਬਹੁਤ ਸਮਾਜ ਵਿਰੋਧੀ ਅਨਸਰ ਪੈਦਾ ਹੋ ਗਏ ਆ। ਇਹ ਸਭ ਦੇ ਆਪੋ ਆਪਣੇ ਜਜ਼ਬਾਤ ਆ। ਸਹਿਮਤ ਜਾਂ ਅਸਹਿਮਤ ਹੋਣਾ ਇਹ ਇੱਕ ਵੱਖਰੀ ਗੱਲ ਹੈਗੀ। ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਕਿੰਨੇ ਵਾਰੀ ਨਾਰੇ ਲੱਗਦੇ ਆ, ਆ ਜਦੋਂ ਜੂਨ ਦਾ ਮਹੀਨਾ ਹੁੰਦਾ ਉਦੋਂ ਉੱਥੇ ਹਰ ਵਾਰੀ ਲੱਗਦੇ ਆ। ਇਹਦਾ ਮਤਲਬ ਇਹ ਆ ਵੀ ਅਸੀਂ ਉਹਨਾਂ ਨੂੰ ਕਹੀਏ ਵੀ ਜਿਹੜੇ ਨਾਰੇ ਲਾਉਂਦੇ ਆ ਇਹ ਸਾਰੇ ਅੱਤਵਾਦੀ ਬਣ ਕੇ ਆ। ਸੋ ਇਸ ਕਰਕੇ ਨਾਰੇ ਲਾਉਣ ਵਾਲਿਆਂ ਦੇ ਪ੍ਰਤੀ ਸਾਨੂੰ ਇਦਾਂ ਦੀ ਗੱਲ ਨਹੀਂ ਸੋਚਣੀ ਚਾਹੀਦੀ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਇਸ ਵਕਤ ਕਿਸਾਨ ਸੰਘਰਸ਼ ਆ ਜਿਹੜਾ ਉਹਦੇ ਵਿੱਚ ਬਣਦਾ ਸਰਦਾ ਯੋਗਦਾਨ ਸਭ ਨੂੰ ਪਾਉਣਾ ਚਾਹੀਦਾ, ਜਿਹੜਾ ਕਿ ਇਸ ਵਕਤ ਠੰਡਾ ਹੁੰਦਾ ਜਾ ਰਿਹਾ। ਉਹਦਾ ਕਾਰਨ ਇਹ ਵੀ ਕਿਸਾਨ ਤਾਂ ਹੁਣ ਖੇਤਾਂ ਦੇ ਵਿੱਚ ਉਲਝੇ ਆ। ਉਹਦਾ ਕਾਰਨ ਇਹ ਜੀ ਕਿ ਹੁਣ ਕਣਕ ਦੀ ਬਿਜਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਨੂੰ ਜੋ ਰਾਇ ਦਿੰਦੇ ਆ ਵੀ ਭਾਈ ਪੰਜਾਬ ਦੇ ਕਿਸਾਨਾਂ ਨੂੰ ਹੁਣ ਦਿੱਲੀ ਦੇ ਵੱਲ ਕੂਚ ਕਰਨਾ ਚਾਹੀਦਾ, ਵੀ ਤੁਸੀਂ ਵੋਟਾਂ ਲੈਣ ਵੇਲੇ ਮੂਰੇ ਮੂਰੇ ਫਿਰਦੇ ਹੁੰਨੇ ਆ, ਹੁਣ ਚੱਲੋ ਦਿੱਲੀ ਵੱਲ ਵੀ ਮੂਰੇ ਮੂਰੇ ਚੱਲੋ, ਅਸੀਂ ਤੁਹਾਡੇ ਮਗਰ ਮਗਰ ਲੱਗਦੇ ਆ। ਬਿਲਕੁਲ ਸਹੀ। ਤੁਸੀਂ ਕਿਸਾਨਾਂ ਨੂੰ ਤਾਂ ਸਲਾਹਾਂ ਦੇਈ ਜਾਂਦੇ ਹੋ, ਤੁਹਾਨੂੰ ਐ ਨਹੀਂ ਐ ਕਰ ਲੈਣਾ ਚਾਹੀਦਾ, ਐ ਨਹੀਂ ਐ ਕਰ ਲੈਣਾ ਚਾਹੀਦਾ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਮੈਂ ਮੂਰੇ ਲੱਗਦਾ ਭਾਈ, ਮੈਂ ਤੁਹਾਡੇ ਨਾਲ ਆ, ਤੁਸੀਂ ਮੇਰੇ ਮਗਰ ਮਗਰ ਬਸ ਆਈ ਚੱਲੋ, ਰਾਹ ਤੁਹਾਨੂੰ ਮੈਂ ਦਿਖਾਉਂਗਾ। ਤੁਸੀਂ ਮੈਨੂੰ ਵੋਟਾਂ ਪਾਈਆਂ ਸੀ, ਮੇਰਾ ਇਹ ਫਰਜ਼ ਹੈ ਵੀ ਮੈਂ ਤੁਹਾਡੀ ਅਗਵਾਈ ਕਰਾਂ, ਮੈਂ ਮੂਰੇ ਹੋ ਕੇ ਚੱਲਦਾ ਤੇ ਮੇਰੇ ਮਗਰ ਮਗਰ ਬਸ ਤੁਰ ਗਿਆ। ਇਦਾਂ ਕਹਿਣ ਵਾਲਾ ਕੋਈ ਵੀ ਨੇਤਾ ਹੈ ਨਹੀਂਗਾ। ਸਾਰੇ ਆਪਣੀਆਂ ਸਿਆਸੀ ਰੋਟੀਆਂ ਇਸ ਵੇਲੇ ਕਿਸਾਨਾਂ ਦੇ ਮੋਢਿਆਂ ਦੇ ਉੱਪਰ ਸੇਕ ਰਹੇ ਨੇ। ਹਰੇਕ ਨੂੰ 2022 ਦੀ ਚਿੰਤਾ ਹੈ, ਹਰੇਕ ਨੂੰ ਭਵਿੱਖ ਦੀ ਚਿੰਤਾ ਹੈ ਕਿ ਮੇਰਾ ਹੱਥ ਕੁਰਸੀ ਦੇ ਪਾਵੇ ਨੂੰ ਪੈ ਜਾਵੇ, ਚਾਹੇ ਉਹ ਫਿਰ ਕਿਸਾਨਾਂ ਨੂੰ ਵਰਤ ਕੇ ਪਵੇ, ਚਾਹੇ ਉਹ ਫਿਰ ਕਿਸੇ ਹੋਰ ਨੂੰ ਵਰਤ ਕੇ ਪਵੇ, ਵੀ ਬਸ ਮੈਂ ਨਾ ਪਿੱਛੇ ਰਹਿ ਜਾਵਾਂ। ਹਰ ਕੋਈ ਮੌਕਾ ਕੈਸ਼ ਕਰਨ ਦੀ ਹੋੜ ਦੇ ਵਿੱਚ ਹੈ। ਇੱਕ ਜਾਣਕਾਰੀ ਚਾਹੁੰਦੀ ਆ ਮੈਂ ਤੁਹਾਡੇ ਤੋਂ, ਕਿਉਂਕਿ ਇਸ ਵੇਲੇ ਤਕਰੀਬਨ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਚੱਲ ਰਿਹਾ ਹੈ। ਕਿਤੇ ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ। ਹੁਣ ਤਾਂ ਵਿਚਾਰੇ ਕਿਸਾਨ ਜਿਹੜੇ ਪਟੜੀਆਂ ਤੋਂ ਵੀ ਉੱਠ ਗਏ, ਪਰ ਫਿਰ ਵੀ ਉਹਨਾਂ ਦੇ ਕਹਿ ਲਓ ਵੀ ਇਹ ਨਾਂ ਲਾਇਆ ਜਾ ਰਿਹਾ ਵੀ ਇਹਨਾਂ ਕਰਕੇ ਮਾਲ ਗੱਡੀਆਂ ਨਹੀਂ ਆ ਰਹੀਆਂ। ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ ਹੈ। ਅਸਲੀ ਹਕੀਕਤ ਕੁਝ ਹੋਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿਸਾਨੀ ਅੰਦੋਲਨ ਦਾ ਬਣੂਗਾ ਕੀ ਭਵਿੱਖ ਹੈ? ਦੇਖੋ ਮੇਰਾ ਨਿੱਜੀ ਤੌਰ ਦੇ ਉੱਤੇ ਹਰਮਨ ਜੀ ਇਹ ਵਿਚਾਰ ਹੈ ਕਿ ਪੰਜਾਬ ਦਾ ਕਿਸਾਨੀ ਅੰਦੋਲਨ ਹੈ ਨਾ ਜਿਹੜਾ ਜੀ, ਇਹ ਆਉਂਦੇ ਸਮੇਂ ਦੇ ਵਿੱਚ ਧੜਕਾਉਣ ਦੀਆਂ ਹੋਰ ਕੋਸ਼ਿਸ਼ਾਂ ਹੋਣੀਆਂ। ਬਿਲਕੁਲ ਸਹੀ। ਕਿਉਂਕਿ ਜਿਹੜੀ ਸੂਬੇ ਦੀ ਸਰਕਾਰ ਸਾਨੂੰ ਇਹ ਰਾਇ ਦਿੰਦੀ ਆ ਵੀ ਭਾਈ ਪਟੜੀਆਂ ਤੋਂ ਉੱਠ ਖੜੋ, ਅਸੀਂ ਉੱਠ ਖੜੇ। ਹੁਣ ਅਸੀਂ ਪਲੇਟਫਾਰਮਾਂ ਤੇ ਬੈਠੇ ਆ ਜੀ, ਤੇ ਉਧਰੋਂ ਕੇਂਦਰ ਦੀ ਸਰਕਾਰ ਕਹਿੰਦੀ ਵੀ ਪਲੇਟਫਾਰਮਾਂ ਤੋਂ ਉੱਠ ਖੜੋ ਤੇ ਅਸੀਂ ਤੁਹਾਡੇ ਵੱਲ ਮਾਲ ਗੱਡੀਆਂ ਭੇਜ ਦਿੰਨੇ ਆ। ਇਹ ਹੈਗਾ ਇੱਕ ਡਰਾਮਾ, ਇਹ ਹੈਗਾ ਇੱਕ ਛੜਯੰਤਰ ਵੀ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਪਾਉਣਾ। ਕਿਸਾਨ ਆ ਜਿਹੜੇ ਉਹ ਮਾਰੀ ਦੇ ਇਹ ਸਾਰਾ ਕੁਝ ਕਰ ਰਹੇ ਆ। ਕਿਸੇ ਦਾ ਚਿੱਤ ਨਹੀਂ ਕਰਦਾ ਕਿ ਮੈਂ ਇਸ ਠੰਡ ਦੇ ਵਿੱਚ ਸੜਕ ਤੇ ਬੈਠਾ। ਹੁਣ ਇੱਕ ਪੰਜਾਬ ਦਾ ਨੇਤਾ ਕੱਲ ਕਹਿੰਦਾ ਜੀ ਹੁਣ ਤਾਂ ਕਿਸਾਨ ਧਰਨੇ ਦੇ ਵਿੱਚ ਜਾਨ ਹੀ ਨਹੀਂ ਰਹਿ ਗਈ, 4 ਬੰਦੇ ਬੈਠੇ ਹੁੰਦੇ ਉੱਥੇ। ਅੱਛਾ ਜੀ। ਇਹਦੇ ਉੱਤੇ ਮਾਣ ਨਹੀਂ ਕਰਨਾ ਚਾਹੀਦਾ ਵੀ ਬੰਦੇ 4 ਕੀ ਰਹਿ ਗਏ। ਤੁਹਾਨੂੰ ਇਸ ਗੱਲ ਦੀ ਸੰਗ ਆਉਣੀ ਚਾਹੀਦੀ ਵੀ ਬੰਦੇ 4 ਹੀ ਰਹਿ ਗਏ, ਕਿਉਂਕਿ ਤੁਸੀਂ ਹੁਣ ਤੱਕ ਇਸ ਮਸਲੇ ਦਾ ਹੱਲ ਨਹੀਂ ਕਰਵਾਇਆ। 1.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਛਿੜਿਆ, ਪਰ ਹਾਲੇ ਵੀ ਤੁਸੀਂ ਜੇਕਰ ਇਹ ਗੱਲ ਕਹਿੰਦੇ ਆ ਵੀ ਭਾਈ ਬੰਦੇ ਉਨੇ ਹੀ ਹੋਣੇ ਚਾਹੀਦੇ ਆ, ਤੁਸੀਂ ਤਾਂ 4 ਘੰਟੇ ਨਹੀਂ ਬੈਠੇ। ਤੁਸੀਂ ਇਹ ਦੱਸੋ ਵੀ ਕਿਹੜੀ ਪਾਰਟੀ ਦਾ ਨੇਤਾ ਜਿਹੜਾ ਕਿਸੇ ਵੀ ਧਰਨੇ ਦੇ ਵਿੱਚ 4 ਘੰਟੇ ਲਗਾਤਾਰ ਬੈਠਾ ਹੋਵੇ। ਬਿਲਕੁਲ ਸਹੀ। ਅਸੀਂ ਤਾਂ 1.5 ਮਹੀਨੇ ਤੋਂ ਬੈਠੇ ਆ ਤੇ ਪਤਾ ਨਹੀਂ ਵੀ 2 ਮਹੀਨੇ ਲੱਗ ਜਾਣ, 2.5 ਮਹੀਨੇ ਲੱਗ ਜਾਣ। ਪਰ ਵਿਚਲੀ ਇੱਕ ਖਬਰ ਇਹ ਆਈ ਹੈ ਵੀ ਕੇਂਦਰ ਦੀ ਸਰਕਾਰ ਨੇ ਉਹਨਾਂ 3 ਸੂਬਿਆਂ ਜਿਨ੍ਹਾਂ ਦੇ ਵਿੱਚ ਬਿੱਲ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ, ਉਹਦੇ ਵਿੱਚ ਪੰਜਾਬ ਆ, ਉਹਦੇ ਚ ਰਾਜਸਥਾਨ ਅਤੇ ਛੱਤੀਸਗੜ੍ਹ ਆ, ਇਹਨਾਂ 3 ਬਿੱਲਾਂ ਦੇ ਉੱਤੇ 3 ਸਰਕਾਰਾਂ ਦੇ ਵੱਲੋਂ ਪਾਸ ਕੀਤੇ ਗਏ ਬਿੱਲਾਂ ਦੇ ਉੱਤੇ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਅੰਦਰ ਖਾਤੇ। ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ, ਮੇਰਾ ਅੰਦਾਜ਼ਾ
ਜ਼ਰੂਰੀ ਨਹੀਂ ਕਿ ਮੈਂ ਸਹੀ ਹੋਵਾਂ, ਮੈਨੂੰ ਲੱਗਦਾ ਕਿ ਮੋਦੀ ਸਰਕਾਰ ਹੈ ਨਾ ਜਿਹੜੀ, ਉਹ ਕਿਸਾਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਜੀ ਵੀ ਕਿਸਾਨ ਇੱਕ ਦੂਜੇ ਦੇ ਮੂੰਹ ਨੂੰ ਲੱਡੂ ਲਾਉਣ ਲੱਗ ਪੈਣ ਤੇ ਸਾਡਾ ਗੁਣਗਾਨ ਕਰਨ। ਇਹ ਚੌਥਾ ਬਿੱਲ ਲੈ ਕੇ ਆਊਗੀ ਆਉਂਦੇ ਸਮੇਂ ਦੇ ਵਿੱਚ, ਜਿਹਦੇ ਵਿੱਚ ਲਿਖਿਆ ਹੋਊਗਾ ਕਿ MSP ਬਰਕਰਾਰ ਰਹੂਗੀ। ਇੱਕ ਦੋ ਉਹਦੇ ਵਿੱਚ ਨੁਕਤੇ ਸਾਂਝੇ ਕਰਕੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਭੱਲ ਖੱਟਣ ਦੀ ਕੋਸ਼ਿਸ਼ ਕਰਨੀ ਹੈ, ਜੀ ਕਿਉਂਕਿ ਉੱਥੇ ਬਿੱਲ ਪਾਸ ਕੀਤੇ ਗਏ ਆ ਵਿਧਾਨ ਸਭਾ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ। ਸੋ ਮੋਦੀ ਸਰਕਾਰ ਨੂੰ ਇੱਥੋਂ ਰਿਪੋਰਟਾਂ ਸਾਰੀਆਂ ਜਾਂਦੀਆਂ ਵੀ ਪੰਜਾਬ ਦਾ ਕਿਸਾਨ ਸੰਘਰਸ਼ ਸਿਖਰ ਦੇ ਉੱਤੇ ਆ, ਭਾਵੇਂ ਕਿ ਇਸ ਵਕਤ ਕਿਸਾਨ ਰੁਝੇਵੇਂ ਦੇ ਵਿੱਚ ਆ, ਪਰ ਫਿਰ ਵੀ ਉਹਨਾਂ ਦੇ ਹੌਸਲੇ ਨਹੀਂ ਤਿੜਕੇ, ਹੌਸਲੇ ਨਹੀਂ ਟੁੱਟੇ। ਸੋ ਇਸ ਕਰਕੇ ਲੱਗਦਾ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੂੰ ਇਸ ਗੱਲ ਦੇ ਬਾਬਤ ਸੋਚਣਾ ਹੀ ਪੈਣਾ। ਪਰ ਟੈਣਾ ਸਾਹਿਬ, ਹੁਣ ਤੱਕ ਮੈਂ ਸੱਚੀ ਜ਼ਿੱਦ ਵੇਖ ਕੇ ਹੈਰਾਨ ਆ। ਇੱਕ ਪਾਸੇ ਕਿਸਾਨਾਂ ਦੀ ਜ਼ਿੱਦ, ਜਿਹੜੇ ਕਹਿੰਦੇ ਨੇ ਵੀ ਅਸੀਂ ਇਹ ਜਿਹੜਾ ਫੈਸਲਾ ਹੈ, ਕਾਨੂੰਨ ਹੈ, ਉਹਨੂੰ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ, ਤੇ ਦੂਜੇ ਪਾਸੇ ਸਾਡੀਆਂ ਸਰਕਾਰਾਂ ਦੀ ਜ਼ਿੱਦ ਵੀ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ, ਇਹ ਹਜ਼ਮ ਨਹੀਂ ਹੁੰਦੀ ਵੀ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਇਹ ਕਿ ਜੇਕਰ ਮੈਂ ਤੁਹਾਨੂੰ ਕੋਈ ਚੀਜ਼ ਦੇਣੀ ਚਾਹਾਂ ਤੇ ਜੇ ਤੁਹਾਡੀ ਮਰਜ਼ੀ ਨਹੀਂ ਆ ਉਹ ਚੀਜ਼ ਲੈਣ ਲਈ, ਮੈਂ ਤਾਂ ਵੀ ਕਹਾਂ ਵੀ ਨਹੀਂ ਤੇਰੇ ਲਈ ਚੰਗੀ ਆ, ਤੂੰ ਲੈ ਤੇ ਤੁਸੀਂ ਕਹੋ ਮੈਂ ਨਹੀਂ ਲੈਣੀ, ਤੇ ਫਿਰ ਮੈਂ ਤੁਹਾਨੂੰ ਦੇਣੀ ਹੀ ਕਿਉਂ ਆ? ਮੈਨੂੰ ਇਹ ਗੱਲ ਸਮਝ ਨਹੀਂ ਆਈ, ਹੈ ਨਾ। ਜਦ ਤੁਸੀਂ ਵਾਰ-ਵਾਰ ਇਹ ਕਹਿੰਦੇ ਹੋ ਵੀ ਕਿਸਾਨਾਂ ਦੇ ਲਈ ਇਹ ਚੀਜ਼ ਚੰਗੀ, ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦੀ ਤੁਹਾਡੀ ਚੰਗਿਆਈ, ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤੇ ਫਿਰ ਤੁਹਾਡੀ ਜ਼ਿੱਦ ਕਾਹਦੀ ਹੈ ਵੀ ਤੁਸੀਂ ਉਹ ਦੇ ਕੇ ਹੀ ਰਹਿਣੀ ਹੈ? ਮੋਦੀ ਸਾਹਿਬ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਜੀ, ਉਹ ਕਹਿੰਦੇ ਵੀ ਤੁਹਾਡੇ ਵੱਲ ਅਸੀਂ ਕੋਲਾ ਨਹੀਂ ਆਉਣ ਦੇਣਾ। ਕੇਂਦਰ ਦੀ ਸਰਕਾਰ ਕਹਿੰਦੀ ਯੂਰੀਆ ਤੇ DAP ਨਹੀਂ ਆਉਣੀ, ਅਸੀਂ ਤਾਂ ਯੂਰੀਆ ਤੇ DAP ਬਿਨਾਂ ਵੀ ਸਾਰ ਲਾਂਗੇ, ਚਲੋ ਅਸੀਂ ਤਾਂ ਹਨੇਰੇ ਦੇ ਵਿੱਚ ਵੀ ਗੁਜ਼ਾਰਾ ਕਰ ਲਾਂਗੇ। ਇਹ ਦੱਸੋ ਵੀ ਤੁਹਾਡਾ ਤੇ ਬਾਕੀ ਸੂਬਿਆਂ ਦਾ ਬਣੂਗਾ ਕੀ? ਬਿਲਕੁਲ, ਜੇਕਰ ਇੱਥੋਂ ਦੇ ਕਿਸਾਨ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਵੀ ਮੈਂ ਤਾਂ ਆਪਦੇ ਜੋਗਾ ਹੀ ਪੈਦਾ ਕਰੂੰ, ਐਤਕੀ ਮੈਂ ਮੰਡੀ ਦੇ ਵਿੱਚ ਲੈ ਕੇ ਹੀ ਨਹੀਂ ਜਾਣਾ, ਮੰਨ ਲਓ ਇਸ ਗੱਲ ਦਾ ਫੈਸਲਾ ਹੋ ਗਿਆ, ਤਾਂ ਫਿਰ ਇਹ ਦੇਖੋ ਵੀ ਤੁਸੀਂ ਕੀ ਖਾਓਗੇ। ਤੁਹਾਡੀਆਂ ਕੌਲੀਆਂ ਦੇ ਵਿੱਚ, ਤੁਹਾਡੀਆਂ ਥਾਲੀਆਂ ਦੇ ਵਿੱਚ ਚੌਲ ਤੇ ਪਾਪੜ ਕਿਹੜੇ ਤਰੀਕੇ ਨਾਲ ਆਉਣੇ ਆ? ਸੋ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਜੀ ਕਿ ਇਹ ਕੱਲੀ ਕਿਸਾਨੀ ਦੇ ਲਈ ਮੁਸ਼ਕਲ ਨਹੀਂ, ਇਹ ਕੁੱਲ ਦੇਸ਼ ਦੇ ਲਈ ਸਮੱਸਿਆ ਬਣ ਜਾਣੀ ਆ। ਇਹ ਇਕੱਲੇ ਪੰਜਾਬ ਸੂਬੇ ਦੀ ਸਮੱਸਿਆ ਨਹੀਂ, ਇਹ ਉੱਥੇ ਵੀ ਸਮੱਸਿਆ ਪੈਦਾ ਹੋਣੀ ਹੈ ਜਿੱਥੇ ਭਾਜਪਾ ਦੀਆਂ ਸਰਕਾਰਾਂ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਜਦੋਂ ਪੜ੍ਹੇ ਲਿਖੇ ਬੰਦੇ ਇਹੋ ਜਿਹੀ ਗਲਤੀ ਕਰਦੇ ਨੇ ਨਾ, ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਨੂੰ ਮੈਂ ਕੀ ਕਵਾਂ। ਜੇਕਰ ਆਪਾਂ ਕਹਿੰਦੇ ਆ ਵੀ ਜਿਹਦੇ ਕੋਲ ਲੱਖ ਹੈ ਉਹ ਵੀ ਸੌਖਾ ਹੈ ਨਾ, ਵੀ ਜੇ ਬੰਦੇ ਦੀ ਆਪਣੀ ਸੰਤੁਸ਼ਟੀ ਹੁੰਦੀ ਹੈ ਨਾ, ਜੇ ਸੌਖਾ ਹੋਣਾ ਤੇ ਹਜ਼ਾਰਾਂ ਵਾਲਾ ਵੀ ਸੌਖਾ ਤੇ ਲੱਖ ਵਾਲਾ ਨਹੀਂ ਹੋਊਗਾ, ਜੇ ਲੱਖ ਵਾਲਾ ਵੀ ਸੌਖਾ ਤੇ ਕਰੋੜ ਵਾਲਾ ਨਹੀਂ ਹੋਊਗਾ, ਜੇ ਜਿਹਦੇ ਕੋਲ ਕਰੋੜ ਰੁਪਈਆ ਉਹ ਵੀ ਸੌਖਾ ਹੈ ਤੇ ਹੋ ਸਕਦਾ ਕਿ ਅਰਬਾਂਪਤੀ ਜਿਹੜਾ ਬੰਦਾ ਉਹ ਨਹੀਂ ਹੋਊਗਾ, ਹੈ ਨਾ। ਇਹ ਤੁਹਾਡੀ ਸੰਤੁਸ਼ਟੀ ਦੇ ਉੱਪਰ ਨਿਰਭਰ ਕਰਦੀ ਚੀਜ਼ ਹੈ। ਪਰ ਅਸੀਂ ਲੋਕ ਲਾਲਚ ਦੇ ਵਿੱਚ ਫਸ ਕੇ ਕਈ ਵਾਰ ਜੋ ਕੋਲ ਹੁੰਦਾ ਨਾ ਉਹਨੂੰ ਵੀ ਗਵਾ ਕੇ ਬਹਿ ਜਾਂਦੇ ਆ। ਬਿਲਕੁਲ ਸਹੀ। ਇਹੋ ਜਿਹੀ ਖਬਰ ਇੱਕ ਯੂਪੀ ਦੇ ਮੇਰਠ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪੜ੍ਹਿਆ ਲਿਖਿਆ ਬੰਦਾ, UK ਦਾ ਰਿਟਰਨ ਡਾਕਟਰ, ਕਰੋੜਾਂਪਤੀ ਬੰਦਾ, ਅੱਛਾ UK ਤੋਂ ਮੁੜ ਕੇ ਆਇਆ ਜੀ, ਡਾਕਟਰ UK ਤੋਂ ਮੁੜ ਕੇ ਆਇਆ ਹੈ ਔਰ ਕਰੋੜਾਂਪਤੀ ਉਹ ਬੰਦਾ ਹੈ, ਉਹਦੇ ਨਾਲ 2.5 ਕਰੋੜ ਰੁਪਏ ਦੀ ਠੱਗੀ ਵੱਜ ਗਈ। ਉਹ ਕਿਵੇਂ ਹੋਇਆ? ਇਹ ਕਿ ਇਹ ਨਾ ਭਾਈ ਸਾਹਿਬ ਨੂੰ ਇਹ ਕਿਹਾ ਕਿਸੇ ਨੇ ਵੀ ਤੁਹਾਨੂੰ ਅਰਬਪਤੀ ਬਣਾ ਦੇਾਂਗੇ। ਅੱਛਾ, ਕਰੋੜਾਂ ਚ ਉਹਨਾਂ ਨੂੰ ਨਹੀਂ ਆਈ ਸੈਟੀਸਫੈਕਸ਼ਨ, ਕਹਿੰਦੇ ਅਰਬਪਤੀ ਬਣਾ ਦੇਾਂਗੇ। ਔਰ ਇਹਦੇ ਲਈ ਉਹਨਾਂ ਨੇ ਤਰੀਕਾ ਬੜਾ ਅਜੀਬ ਲੱਭਿਆ। ਇੱਕ ਬੀਬੀ ਫੜੀ ਗਈ ਹੈ ਤੇ ਇੱਕ ਜਿਹੜੀ ਬੀਬੀ ਉਹ ਫਰਾਰ ਹੈ, ਤੇ 2 ਬੰਦੇ ਇਹਦੇ ਵਿੱਚ ਇਨਵੋਲਡ ਨੇ। ਉਹਨਾਂ ਨੇ ਜੀ ਇਹਨਾਂ ਡਾਕਟਰ ਸਾਹਿਬ ਨੂੰ ਕਿਹਾ ਵੀ ਸਾਡੇ ਕੋਲ ਅਲਾਦੀਨ ਦਾ ਚਿੰਨ ਹੈ। ਅੱਛਾ, ਠੀਕ ਹੈ, ਜਿਹੜਾ ਅਸੀਂ ਹੁਣ ਤੱਕ ਪੜ੍ਹਦੇ ਸੁਣਦੇ ਆਏ ਆ ਵੀ ਕਿਸੇ ਬੰਦੇ ਨੂੰ ਅਲਾਦੀਨ ਦਾ ਚਿਰਾਗ ਮਿਲ ਗਿਆ, ਉਹਨੇ ਰਗੜਿਆ, ਵਿੱਚੋਂ ਜਿੰਨ ਨਿਕਲਿਆ, ਉਹਨੇ ਕਿਹਾ ਹੁਕਮ ਮੇਰੇ ਆਕਾ, ਤੇ ਉਹਨੇ ਦੱਸਿਆ ਵੀ ਭਾਈ ਮੈਨੂੰ ਆਹ ਚੀਜ਼ ਲਿਆ ਦੇ, ਤੇ ਉਹਨੇ ਮਿੰਟਾਂ ਸਕਿੰਟਾਂ ਚ ਪੈਦਾ ਕਰਤੀ। ਬਿਲਕੁਲ ਸਹੀ। ਇਹ ਕੀ ਕਰਦੇ ਸੀ? ਇਹ ਜਿਹੜਾ ਠੱਗ ਗਰੋਹ ਹੈ ਕੀ ਕਰਦਾ ਸੀ? ਇਹਨਾਂ ਕੋਲ ਨਾ ਇੱਕੋ ਸੀਗਾ ਚਿਰਾਗ ਜਿਹਾ ਜਿਹਨੂੰ ਰਗੜਦੇ ਹੁੰਦੇ ਸੀ ਵੀ ਇਹਦੇ ਚੋਂ ਜਿੰਨ ਨਿਕਲੂਗਾ ਬਾਹਰ। ਇਹਨਾਂ ਨੇ ਏਦਾਂ ਕੋਸ਼ਿਸ਼ ਕਰਨੀ ਡਾਕਟਰ ਨੂੰ ਬੁਲਾ ਕੇ ਵੀ ਆਹ ਵੇਖੋ ਜਿਹਦੇ ਵਿੱਚੋਂ ਜਿੰਨ ਨਿਕਲਦਾ ਹੈ, ਤੇ ਪਿੱਛੋਂ ਉਹ ਜਿਹੜੀ ਬੀਬੀ ਫੜੀ ਗਈ ਆ ਉਹਦੇ ਘਰ ਵਾਲੇ ਨੇ ਉੱਚੀ ਉੱਚੀ ਆਪਣੀ ਆਵਾਜ਼ ਦੇ ਵਿੱਚ ਬੋਲ ਕੇ ਕਹਿਣਾ ਵੀ ਹਾਂ ਮੈਂ ਜਿੰਨ ਆ, ਤੇ ਜੇ ਤੂੰ ਅਰਬਪਤੀ ਬਣਨਾ ਹੈ ਤਾਂ ਇੰਨੇ ਪੈਸੇ ਦੇ ਜਾ, ਇੰਨੇ ਪੈਸੇ ਦੇ ਜਾ, ਤੈਨੂੰ ਇੰਨੇ ਪੈਸਿਆਂ ਚ ਆਹ ਦੇ ਦਾਂਗੇ, ਆ ਪੱਥਰ ਦੇ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਕਰ ਕਰਕੇ ਤੇ ਤੂੰ ਅਰਬਪਤੀ ਬਣ ਜਾਏਗਾ। ਲੋ ਜੀ, ਬੰਦਾ ਵੀ ਪੈਸੇ ਪੂਸੇ ਦਿੰਦਾ ਰਿਹਾ ਪਹਿਲਾਂ ਤਾਂ ਵੀ ਚੱਲ 2.5 ਕਰੋੜ ਹੀ ਗਿਆ, ਅਰਬਾਂ ਰੁਪਇਆ ਆ ਹੀ ਜਾਣਾ, ਕੀ ਫਰਕ ਪੈਂਦਾ। ਹੌਲੀ ਹੌਲੀ ਜਦੋਂ ਸ਼ੱਕ ਹੋਇਆ ਤੇ ਫਿਰ ਹੁਣ ਸਾਰਾ ਮਾਮਲਾ ਖੁੱਲਿਆ ਕਿ ਭਾਈ ਸਾਹਿਬ ਨੂੰ ਬੇਵਕੂਫ ਬਣਾ ਕੇ ਇਹਨਾਂ ਤੋਂ 2.5 ਕਰੋੜ ਰੁਪਇਆ ਠੱਗ ਲਿਆ। ਦੇਖੋ, ਇਹ ਭਾਈ ਸਾਹਿਬ ਬੇਵਕੂਫ ਬਣਾਏ ਨਹੀਂ ਗਏ, ਇਹ ਹੈਗੇ ਬੇਵਕੂਫ ਆ ਜੀ, ਕਿਉਂਕਿ ਇਹਨੂੰ ਡਾਕਟਰੀ ਕਿਹਨੇ ਕਰਵਾਈ, ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ। ਇਹਨੂੰ ਇੰਗਲੈਂਡ ਦੇ ਵਿੱਚ ਵੜਨ ਕਿਹਨੇ ਦਿੱਤਾ, ਮੈਂ ਤਾਂ ਇਸ
ਗੱਲ ਦੇ ਉੱਤੇ ਹੈਰਾਨ ਆ। ਜੀ ਇਹਨੂੰ ਤਾਂ ਮੇਰਾ ਖਿਆਲ ਆ ਵੀ ਸਾਡੀ ਸੱਤਾਧਾਰੀ ਧਿਰ ਹੈ ਜਿਹੜੀ ਕੇਂਦਰ ਦੀ, ਉਹਦੇ 'ਚ ਸ਼ਾਮਿਲ ਹੋ ਜਾਣਾ ਚਾਹੀਦਾ, ਕਿਉਂਕਿ ਉਹ ਵੀ ਇਹੋ ਜਿਹੀਆਂ ਗੱਲਾਂ ਹੀ ਕਰਦੇ ਹੁੰਦੇ ਵੀ ਭਾਈ ਇਉਂ ਕਰ ਲਓ ਆਹ ਹੋ ਜੂ, ਇਉਂ ਕਰ ਲਓ ਆਹ ਹੋ ਜੂ। ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਇਹਨੂੰ ਝੱਲਿਆ ਕਿਹਨੇ ਹੁਣ ਤੱਕ। ਹਾਂ, ਤੁਸੀਂ ਇਹ ਵੇਖੋ, ਬੰਦੇ ਨੂੰ ਇਹ ਅੰਦਾਜ਼ਾ ਹੀ ਨਹੀਂ ਹੋਇਆ ਵੀ ਕੋਈ ਹੋਰ ਆਵਾਜ਼ਾਂ 'ਚ ਗੱਲਾਂ ਕਰੀ ਜਾਂਦਾ ਹੈ ਜਾਂ ਕੋਈ ਹੋਰ ਵੀ ਜਿੰਨ ਜੁਨ ਅੱਜ ਕੱਲ ਕਿੱਥੇ ਵੇਖਿਆ, ਆਪਾਂ ਤਾਂ ਪਹਿਲਾਂ ਵੀ ਨਹੀਂ ਵੇਖੇ। ਫਿਲਮਾਂ ਦੇ ਵਿੱਚ ਠੀਕ ਆ, ਟੀਵੀ ਦੇ ਵਿੱਚ ਜ਼ਰੂਰ ਇਹ ਗੱਲਾਂ ਸੁਣੀਆਂ ਨੇ ਵੀ ਐ ਕਾਰਟੂਨਾਂ ਦੇ ਵਿੱਚ ਦਿਖਾਉਂਦੇ ਹੁੰਦੇ ਸੀ ਵੀ ਚਿਰਾਗ ਜਾ ਉਹਨੂੰ ਘਸੋ ਤੇ ਵਿੱਚੋਂ ਇਹਦੀ ਆ ਜਾਂਦਾ ਇੱਕ ਜਿੰਨ, ਉਹ ਪੁੱਛਦਾ ਹੈ ਵੀ 3 ਖੁਆਇਸ਼ਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਤੇ ਆ ਲਿਆ ਦੋ, ਹਨਾ। ਪਰ ਅਸਲ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰਕੇ ਤੇ ਇਦਾਂ ਪੈਸੇ ਗਵਾ ਦੇਖੋ ਦਿੰਦੇ ਨੇ। ਜਿਹੜੇ ਲੋਕ ਠੱਗੇ ਜਾਂਦੇ ਆ ਨਾ, ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਉਹ ਹੁੰਦੇ ਆ ਜਿਹੜੇ ਕਿ ਆਪਦੀ ਅਕਲ ਦੇ ਬੂਹੇ ਖੁੱਲੇ ਨਹੀਂ ਰੱਖਦੇ। ਬਿਲਕੁਲ। ਇਸੇ ਕਰਕੇ ਉਹ ਜਦੋਂ ਬੂਹੇ ਖੁੱਲੇ ਨਹੀਂ ਰੱਖਦੇ ਤੇ ਫਿਰ ਉਹਨਾਂ ਦੇ ਨਾਲ ਕੁਝ ਨਾ ਕੁਝ ਇਹੋ ਜਿਹਾ ਵਾਪਰਦਾ, ਜਿਹਦੇ ਕਰਕੇ ਬਾਅਦ ਚ ਅਸੀਂ ਕਿਸਮਤ ਨੂੰ ਨਿੰਦਦੇ ਆ, ਬਾਅਦ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਨਿੰਦਦੇ ਆ, ਸਰਕਾਰਾਂ ਨੂੰ ਨਿੰਦਦੇ ਆ। ਹੁਣ ਜੇ ਇਹ ਬੰਦਾ ਕਵੇ ਜੀ ਕਿ ਮੇਰੇ ਨਾਲ ਠੱਗੀ ਵੱਜ ਗਈ ਆ, ਤਾਂ ਇਹਨੂੰ ਤਾਂ ਵੈਸੇ ਹੀ ਨਹੀਂ ਕਿਸੇ ਨੂੰ ਦੱਸਣਾ ਚਾਹੀਦਾ ਜੀ, ਕਿਉਂਕਿ ਬਦਨਾਮੀ ਇਹਦੀ ਆਪਦੀ ਆ, ਕਿਉਂਕਿ ਇਹਨੇ ਕਰਤੂਤ ਕਿਹੋ ਜਿਹੀ ਕੀਤੀ ਆ। ਭਾਵੇਂ ਕਿ ਇਹਦੇ ਨਾਲ ਵੱਜੀ ਹੋਈ ਠੱਗੀ ਦਾ ਸਾਨੂੰ ਦੁੱਖ ਆ, ਕਿਸੇ ਨਾਲ 1 ਰੁਪਈਏ ਦੀ ਠੱਗੀ ਨਹੀਂ ਵੱਜਣੀ ਚਾਹੀਦੀ। ਪਰ ਜਿਹੜਾ ਬੰਦਾ ਹੈਗਾ ਹੀ ਆ ਭਾਈ ਦੂਜਿਆਂ ਦੇ ਭਾਗਾਂ ਨੂੰ ਜੰਮਿਆ ਵੀ ਭਾਈ ਮੈਂ ਆਪਦਾ ਕਰੋੜਾਂ ਰੁਪਈਆ ਵੀ ਫਲਾਣੇ ਨੂੰ ਦੇ ਦੇਣਾ ਤੇ ਅਰਬਾਂ ਦੀ ਝਾਕ ਦੇ ਵਿੱਚ, ਉਹ ਤਾਂ ਮੈਂ ਕੀ ਕਵਾਂ ਉਹਨੂੰ ਤੇ ਕੀ ਨਾ ਕਵਾਂ। ਬਿਲਕੁਲ, ਮਤਲਬ ਅੱਜ ਕੱਲ ਮੈਨੂੰ ਇਹ ਲੱਗਦਾ ਸੀ ਟਾਣਾ ਸਾਹਿਬ ਵੀ ਜਿਵੇਂ ਸੋਸ਼ਲ ਮੀਡੀਆ ਨੇ ਆਪਣਾ ਵਿਸਥਾਰ ਕੀਤਾ, ਜਿਸ ਹਿਸਾਬ ਨਾਲ ਮੀਡੀਆ ਜਿਹੜਾ ਹੈ ਉਹਦੇ ਨਾਲ ਅੱਜ ਖਬਰਾਂ ਘਰ ਘਰ ਦੇ ਵਿੱਚ ਪਹੁੰਚ ਰਹੀਆਂ ਨੇ, ਵੀ ਸ਼ਾਇਦ ਲੋਕ ਜਿਹੜੇ ਨੇ ਨਾ ਖਬਰਾਂ ਤੋਂ ਬਹੁਤ ਕੁਝ ਸਿੱਖਦੇ ਹੋਣਗੇ। ਆ ਠੱਗੀ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ, ਪਰ ਕਦੇ ਖਬਰ ਆਉਂਦੀ ਹੈ ਜੀ ਕਿ ਫਲਾਣੇ ਤਾਂਤਰਿਕ ਨੇ ਕਹਿਤਾ ਕਿ ਜੀ ਤੁਸੀਂ ਆਪਦੇ ਘੜੇ ਦੇ ਵਿੱਚ ਤੌੜੇ ਦੇ ਵਿੱਚ ਡੀਕਰੀਆਂ ਜੀਆਂ ਪਾ ਕੇ ਰੱਖ ਦਿਓ ਤੇ 14ਵੇਂ ਦਿਨ 17ਵੇਂ ਦਿਨ ਵਿੱਚੋਂ ਸੋਨਾ ਬਣ ਜੂ, ਤੇ ਉਹ ਵਿੱਚੋਂ ਪੈਸੇ ਕੱਢ ਕੇ ਲੈ ਜਾਂਦੇ ਆ। ਆ ਪਿੱਛੇ ਜੇ ਆਪਾਂ ਖਬਰ ਸਾਂਝੀ ਕੀਤੀ ਸੀ, ਉਹ ਕਹਿੰਦੇ ਜੀ ਪੋਟਲੀ ਦੇ ਵਿੱਚ ਸਾਨੂੰ ਤੁਸੀਂ ਆਪਣਾ ਸੋਨਾ ਲਿਆ ਦਿਓ, ਅਸੀਂ ਤੁਹਾਨੂੰ ਉਹੀ ਪੋਟਲੀ ਮੰਤਰ ਕੇ ਜੇ ਦੇਵਾਂਗੇ ਤੇ ਘਰੇ ਜਾ ਕੇ ਤੁਸੀਂ 14ਵੇਂ ਦਿਨ ਖੋਲਣੀ ਤੇ ਸੋਨਾ ਦੁੱਗਣਾ ਹੋ ਜਾਣਾ। ਕਹਿੰਦੇ ਵੀ ਹੀਰੇ ਬਣ ਜਾਣੇ ਆ, ਉਹ ਵਿੱਚੋਂ ਰੋੜੀਆਂ ਨਿਕਲ ਗਈਆਂ। ਸੋ ਜਿਹੜੇ ਲੋਕਾਂ ਨੂੰ ਸੱਚੀ ਮੁੱਚੀ ਹੈ ਨਹੀਂ ਸਮਝ, ਤੇ ਉਹਨਾਂ ਨਾਲ ਇਹੀ ਕੁਝ ਹੋਣਾ ਜੀ। ਹਰਮਨ ਜੀ, ਕਈ ਵਾਰ ਨਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਉਹ ਇਹੋ ਜਿਹਾ ਠੋਕਰ ਖਾ ਜਾਂਦਾ, ਉਹਨੂੰ ਇਹੋ ਜਿਹੀ ਠੋਕਰ ਲੱਗਦੀ ਆ ਵੀ ਬਾਅਦ ਦੇ ਵਿੱਚ ਉਹਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ। ਮੈਂ ਅੱਜ ਇਹ ਖਬਰ ਪੜ੍ਹੀ, ਮੈਂ ਸੱਚੀ ਮੁੱਚੀ ਹੈਰਾਨ ਹੋ ਗਿਆ। ਗੋਰਖਪੁਰ ਦੇ ਵੱਲ ਦੀ ਖਬਰ ਆ, ਤਵਾੜੀਪੁਰ ਥਾਣੇ ਦੇ ਲਾਗੇ ਇੱਕ ਰਜਨੀ ਨਾਂ ਦੀ ਔਰਤ ਮਿਲੀ ਆ। ਅੱਛਾ ਜੀ। ਇਹ ਉਹ ਔਰਤ ਆ ਜਿਹੜੀ ਇੱਕ ਬਹੁ ਕੌਮੀ ਕੰਪਨੀ ਦੇ ਵਿੱਚ, ਜਿਹਨੂੰ ਅਸੀਂ ਕਾਰਪੋਰੇਟ ਕੰਪਨੀਆਂ ਕਹਿੰਦੇ ਆ, ਉਹਦੇ ਵਿੱਚ HR ਮੈਨੇਜਰ ਦੀ ਜੌਬ ਕਰਦੀ ਸੀ, ਨੌਕਰੀ ਕਰਦੀ ਸੀ। ਅੱਛਾ ਜੀ। ਇਹਦੀ ਲੱਖਾਂ ਰੁਪਏ ਦੀ ਤਨਖਾਹ ਸੀ। ਇਹਨੇ ਸਿਵਲ ਜਿਹੜੀ ਪ੍ਰੀਖਿਆ ਦਿੰਦੇ ਆ ਅੱਜ ਕੱਲ IAS ਬਣਨ ਦੇ ਲਈ ਤੇ ਹੋਰ ਕਈ ਪ੍ਰੀਖਿਆਵਾਂ ਹੁੰਦੀਆਂ, ਉਹਦੇ ਵਿੱਚ ਇਹਦੀ ਦਿਲਚਸਪੀ ਸੀਗੀ ਤੇ ਇਹਨੇ ਨੌਕਰੀ ਦਿੱਤੀ ਛੱਡ। ਅੱਛਾ ਜੀ। ਇਹਨੇ 2 ਵਾਰ ਪ੍ਰੀਖਿਆ ਦਿੱਤੀ, ਦੋਨੋਂ ਵਾਰ ਸਫਲ ਨਹੀਂ ਹੋਈ ਕਿਸੇ ਵੀ ਕਾਰਨ ਦੇ ਕਰਕੇ। ਉਸ ਤੋਂ ਬਾਅਦ ਇਹਦੇ ਦਿਮਾਗ ਦੇ ਉੱਤੇ ਤਣਾਅ ਇਹੋ ਜਿਹਾ ਵਧਿਆ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਦਿੰਦੇ ਆ। ਫਿਰ ਇਹ ਕਮਲੀ ਹੋ ਗਈ, ਫਿਰ ਇਹ ਝੱਲੀ ਹੋ ਗਈ ਜੀ। ਫਿਰ ਇਹ ਕੂੜਾ ਚੁੱਕਣ ਲੱਗ ਪਈ। ਅੱਜ ਕੱਲ ਇਹਦੀ ਪਛਾਣ ਇੱਕ ਕੂੜੇ ਚੁੱਕਣ ਵਾਲੀ ਔਰਤ ਦੇ ਤੌਰ ਦੇ ਉੱਤੇ ਆ। ਤੇ ਕਹਿੰਦੇ ਵੀ ਇੱਕ ਦਿਨ ਇਹ ਥਾਣੇ ਦੇ ਕੋਲੇ ਬੈਠੀ ਵੀ ਜੋ ਡਸਟਬਿਨ ਦੇ ਵਿੱਚ ਟੋਕਰੀ ਦੇ ਵਿੱਚ ਜੋ ਸੁੱਕੇ ਚੌਲ ਪਏ ਆ, ਜੋ ਰੋਟੀ ਪਈ ਆ, ਉਹ ਰੋਟੀ ਖਾਈ ਜਾਂਦੀ ਸੀ। ਤੇ ਜਦੋਂ ਇਹਨੂੰ ਪੁਲਿਸ ਵਾਲਿਆਂ ਨੇ ਪੁੱਛਿਆ ਵੀ ਤੂੰ ਕੌਣ ਆ, ਇਹਨੇ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਲੰਮੀ ਚੌੜੀ। ਫਿਰ ਪਤਾ ਲੱਗਾ ਜੀ ਕਿ ਇਹ ਤਾਂ ਕੋਈ ਇਹੋ ਜੀ ਔਰਤ ਆ ਜਿਹੜੀ ਬਹੁਤ ਪੜ੍ਹੀ ਲਿਖੀ ਆ, ਤੇ ਇਹਦੇ ਮਨ ਦੇ ਉੱਤੇ ਇਹੋ ਜਿਹਾ ਸਦਮਾ ਲੱਗਾ, ਇਹਦੇ ਦਿਮਾਗ ਦੇ ਉੱਤੇ ਸੱਟ ਇਹੋ ਜਿਹੀ ਵੱਜੀ ਆ ਕਿ ਅੱਜ ਵਾਲੇ ਹਾਲਾਤ ਨੂੰ ਪਹੁੰਚ ਗਈ ਆ। ਟਾਣਾ ਸਾਹਿਬ, ਬਹੁਤ ਸਾਰੇ ਲੋਕ ਇਸ ਦੁਨੀਆ ਦੇ ਵਿੱਚ ਇਹੋ ਜਿਹੇ ਹੈਗੇ ਨੇ। ਮੈਂ ਵੀ ਇੱਕ ਔਰਤ ਨੂੰ ਇਹੋ ਜਿਹੀ ਨੂੰ ਜਾਣਦੀ ਆ ਜਿਹਨੂੰ ਮੈਂ ਵੇਖਿਆ ਕਈ ਵਾਰੀ। ਉਹ ਔਰਤ MA ਇੰਗਲਿਸ਼ ਪੜ੍ਹੀ ਹੋਈ ਹੈ, ਉਹ ਬਹੁਤ ਵਧੀਆ ਨੌਕਰੀ ਦੇ ਉੱਪਰ ਸੀ, ਪਰ ਜ਼ਿੰਦਗੀ ਦੇ ਵਿੱਚ ਕੁਝ ਕੁ ਸੱਟਾਂ ਇਹੋ ਜਿਹੀਆਂ ਖਾਧੀਆਂ ਵੀ ਪਹਿਲਾਂ ਕਹਿ ਲਓ ਵੀ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਫਿਰ ਜਵਾਨ ਭਰਾ ਇਸ ਦੁਨੀਆ ਤੋਂ ਤੁਰ ਗਿਆ, ਤੇ ਇਹਨਾਂ ਸੱਟਾਂ ਨੇ ਉਹਦੀ ਮਾਨਸਿਕਤਾ ਦੇ ਉੱਪਰ ਇਹੋ ਜਿਹਾ ਅਸਰ ਕੀਤਾ ਕਿ ਅੱਜ ਉਹ ਵੀ ਕਮਲਿਆਂ ਦੀ ਤਰ੍ਹਾਂ ਪੂਰੇ ਇਲਾਕੇ ਦੇ ਵਿੱਚ ਘੁੰਮਦੀ ਹੈ, ਕਿਸੇ ਨਾਲ ਗੱਲਬਾਤ ਨਹੀਂ ਕਰਦੀ, ਜਿੱਥੋਂ ਜੋ ਮਿਲੇ ਉਹ ਖਾ ਲੈਂਦੀ ਹੈ, ਜੇ ਨਾ ਮਿਲੇ ਤਾਂ ਨਹੀਂ ਖਾਂਦੀ। ਸੋ ਇਹ ਸਾਰਾ ਕੁਝ ਅਸਲ ਦੇ ਵਿੱਚ ਜੋ ਤੁਹਾਨੂੰ ਸੱਟ ਵੱਜਦੀ ਹੈ ਨਾ ਇੱਕ, ਉਹਦੇ ਕਰਕੇ ਹੁੰਦਾ ਹੈ। ਇਸੇ ਲਈ ਕਹਿੰਦੇ ਨੇ ਕਿ ਤੁਹਾਡੇ ਕੋਲ ਇੱਕ ਇਨਸਾਨ ਇਹੋ ਜਿਹਾ ਜ਼ਰੂਰ ਹੋਣਾ ਚਾਹੀਦਾ, ਚਾਹੇ ਉਹ ਤੁਹਾਡੀ ਮਾਂ ਹੋਏ, ਭੈਣ ਹੋਏ, ਤੁਹਾਡਾ ਦੋਸਤ ਹੋਏ, ਬਾਪ ਹੋਏ, ਭਰਾ ਹੋਏ, ਕੋਈ ਵੀ ਹੋਏ, ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਖੁੱਲ ਕੇ ਕਰ ਸਕੋ ਤੇ ਇਹ ਗੱਲਾਂ ਤੁਹਾਨੂੰ ਅੰਦਰੋਂ ਅੰਦਰ ਖੋਖਲੀਆਂ ਨਾ ਕਰਨ, ਕਿਉਂਕਿ ਜਦੋਂ ਅੰਦਰ ਹੀ ਰਹਿ ਜਾਂਦੀਆਂ ਨੇ ਤੇ ਤੁਹਾਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਬਿਲਕੁਲ ਜੀ, ਸਹੀ ਗੱਲ ਆ, ਬਿਲਕੁਲ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ। ਸੋ ਆਪਾਂ ਟਾਣਾ ਸਾਹਿਬ, ਮੈਂ ਤਾਂ ਤੁਹਾਨੂੰ ਵੀ ਇਹੀ ਚਾਹੁੰਦੀ ਆ, ਮੈਂ ਆਪਣੇ ਆਪ ਦੇ ਉੱਪਰ ਵੀ ਇਹੀ ਗੱਲ ਲਾਗੂ ਕਰਦੀ ਆ ਤੇ ਸਾਰੇ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਹੈ ਕਿ ਆਪਣੇ ਦਿਲ ਦੇ ਵਿੱਚ ਕਦੇ ਵੀ ਕੋਈ ਗੱਲ ਇਹੋ ਜਿਹੀ ਨਾ ਰੱਖੋ ਜਿਹੜੀ ਕਿ ਤੁਹਾਨੂੰ ਮਾਨਸਿਕ ਤੌਰ ਦੇ ਉੱਪਰ ਬਹੁਤ ਪਰੇਸ਼ਾਨ ਕਰੇ ਤੇ ਜਿਹਦੇ ਅੱਗੇ ਸਿੱਟੇ ਇਹੋ ਜਿਹੇ ਨਿਕਲਣ। ਸੋ ਆਪਾਂ ਫਿਲਹਾਲ ਦੇ ਲਈ ਹੁਣ ਚੱਲੀਏ ਪ੍ਰੋਗਰਾਮ। ਬਿਲਕੁਲ ਜੀ, ਤੇ ਮੈਂ ਇੱਕ ਵਾਰੀ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਮੇਰੀ ਮਾਂ ਦੀ ਤੰਦਰੁਸਤੀ ਵਾਸਤੇ ਦੁਆਵਾਂ ਕਰਿਓ। ਤੁਸੀਂ ਬਹੁਤ ਕੁਝ ਕਰ ਰਹੇ ਹੋ ਮੇਰੇ ਲਈ ਤੇ ਮੈਂ ਤੁਹਾਡਾ ਦਿਲੀ ਤੌਰ ਦੇ ਉੱਤੇ ਧੰਨਵਾਦੀ ਹਾਂ। ਤੇ ਅਸੀਂ ਪਹਿਲਾਂ ਵਾਲੇ ਰੌਂ ਦੇ ਵਿੱਚ ਬੈਠ ਕੇ ਇੱਥੇ ਚੱਜ ਦਾ ਵਿਚਾਰ ਕਰਾਂਗੇ,
ਹਾਸਾ ਖੇਡਾ ਵੀ ਇੱਥੇ ਤੇ ਗੱਲਾਂ ਬਾਤਾਂ ਵੀ ਉਹੋ ਜਿਹੀਆਂ ਮਿੱਠੀਆਂ ਸਲੂਣੀਆਂ ਕਰਨ ਨੂੰ ਚਿੱਤ ਕਰਦਾ। ਜੀ। ਪਰ ਜਦੋਂ ਸਾਰਾ ਕੁਝ ਠੀਕ ਹੋ ਗਿਆ ਨਾ, ਫਿਰ ਉਸੇ ਰੌਂ ਦੇ ਵਿੱਚ ਆ ਕੇ ਜੀ। ਗੱਲਾਂ ਬਾਤਾਂ ਕਰਾਂਗੇ। ਉਨੀ ਕੁ ਦੇਰ ਤੱਕ ਜਿਵੇਂ ਮਹਿਸੂਸੇ ਜੇ ਮਨ ਨਾਲ ਕਰ ਰਹੇ ਆ ਤੇ ਇਹਨੂੰ ਬਰਦਾਸ਼ਤ ਕਰਿਓ ਜੀ। ਬਾਕੀ ਟਾਣਾ ਸਾਹਿਬ, ਅਸੀਂ ਜਿੰਨੇ ਜੋਗੇ ਆ, ਅਸੀਂ ਸਾਰੇ ਪਰਿਵਾਰਕ ਜੀ ਤੁਹਾਡੇ ਨਾਲ ਆ। ਤੁਸੀਂ ਕਿਸੇ ਵੀ ਗੱਲ ਦੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਿਕਰ ਨਹੀਂ ਕਰਨੀ, ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ। ਸੋ ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।